ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਨਾਮ ਜਹਾਜ ਹੈ ਚੜ੍ਹੇ ਸਬੁਤਰੇ ਪਾਰ ਜੋ ਸ਼ਰਧਾ ਕਰ ਸੇਮਦੇ ਗੁਰੂ ਪਰਮ ਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸਬੁਤਰੇ ਪਾਰ ਜੋ ਸ਼ਰਧਾ ਕਰ ਸੇਮਦੇ ਗੁਰੂ ਪਰਮ ਤਾਰਨ ਹਾਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚ ਨ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੀ ਜੇ ਲਾਹੀ ਰਹਾਲ ਅਵਤਾਰ ਭੁਖਿਆਂ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣਪਾਂ ਲੱਖ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਾਰਾ ਹੋਈਐ ਕਬ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ
ਤਨ ਮਨ ਥੀਵੇ ਹਰਿਆ। ਗੁਰ ਸਤਿਗੁਰ ਕਾਜੂ ਸਿੱਖ ਅਕਾਈ, ਸੋ ਭਲ ਕੇ ਉਠ ਹਰਿ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਵਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗੁਰਾਸ ਧਿਆਏ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੋ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ ਸੁਣਾਵੈ। ਜਨ ਨਾਨਕ ਤੋੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਦਦੇ ਦੋਛ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਣਾ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖੀ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਈ ਮਸ਼ਕਤ ਕਾਲ। ਨਾਨਕ ਤੇ ਮੁਖੀ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ। ਧੁਰ ਕੀ ਬਾਣੀ ਆਈ ਤਿਨ ਸਗਲੀ, ਚਿੰਤ ਮਿਟਾਈ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਲਗਾਤਾਰ ਗੁਰੂ ਸ਼ਬਦ ਵਿਚਾਰ ਚਲਦੀ ਆ ਰਹੀ ਹੈ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਿਰਪਾ ਕਰਨ ਕਿ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਜਾਈਏ। ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਇਸ ਰਹਿੰਦੀ ਦੁਨੀਆ 'ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਾਰੋਬਾਰ, ਇਸ ਤਰ੍ਹਾਂ ਦੇ ਕਾਰ ਵਿਹਾਰ, ਕਰਮ ਕਰਵਾਉਣ ਜੋ ਕਿ ਪ੍ਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਇਹ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ ਜੁੜ ਕੇ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਗੁਰਬਾਣੀ ਦੀ ਵਿਚਾਰ ਚਲਦੀ ਆ ਰਹੀ ਹੈ। ਗੁਰਬਾਣੀ ਦੀ ਵਿਚਾਰ ਕਰਕੇ ਅਸੀਂ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਕੇ ਇਸ ਦੁਨੀਆ ਦੇ ਉੱਤੇ ਜੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਆਸਾ ਦੀ ਵਾਰ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਮੁਖਾਰਬਿੰਦ ਵਿੱਚੋਂ, ਰਸਨਾ ਵਿੱਚੋਂ ਉਚਾਰਨ ਕੀਤੇ ਗਏ ਗੁਰੂ ਦੇ ਸ਼ਬਦ ਜੋ ਆਪਾਂ ਲਗਾਤਾਰ ਵਿਚਾਰ ਕਰਦੇ ਆ ਰਹੇ ਹਾਂ। ਅੱਜ ਦਾ ਸ਼ਬਦ ਵੈਸੇ ਸਾਨੂੰ ਸਾਰਿਆਂ ਨੂੰ ਸੁਣਨ ਵਾਲਾ ਹੈ। ਜਿਹੜਾ ਅੱਜ ਦਾ ਸ਼ਬਦ ਹੈ ਨਾ, ਜਿਸ ਕਾਰਨ ਕਰਕੇ ਸਾਡਾ ਜੀਵਨ ਬਰਬਾਦ ਹੁੰਦਾ ਹੈ ਸਾਰਿਆਂ ਦਾ, ਭਾਵੇਂ ਕੋਈ ਵਿਦਵਾਨ ਹੋਵੇ, ਭਾਵੇਂ ਕੋਈ ਪਾਠ ਪੜ੍ਹਨ ਵਾਲਾ ਹੋਵੇ, ਭਾਵੇਂ ਆਮ ਬੰਦਾ ਹੋਵੇ, ਭਾਵੇਂ ਰਾਜਾ ਹੋਵੇ, ਭਾਵੇਂ ਵਜ਼ੀਰ ਹੋਵੇ, ਭਾਵੇਂ ਜੱਜ ਹੋਵੇ,
ਭਾਵੇਂ ਸੰਤਰੀ ਹੋਵੇ ਭਾਵੇਂ ਮੰਤਰੀ ਹੋਵੇ, ਸਾਰਿਆਂ ਵਾਸਤੇ ਜੋ ਵੀ ਅਸੀਂ ਸੰਸਾਰਕ ਦੁਨੀਆ ਦੇ ਵਿੱਚ ਪਰਮਾਤਮਾ ਦੇ ਪ੍ਰਥਾएं ਕਿਰਦਾਰ ਨਿਭਾ ਰਹੇ ਹਾਂ, ਸਾਰਿਆਂ ਵਾਸਤੇ ਅੱਜ ਦਾ ਸ਼ਬਦ ਹੈ। ਆਓ ਬਾਬਾ ਨਾਨਕ ਸਾਨੂੰ ਇਸ ਉਪਦੇਸ਼ ਨੂੰ ਕਿਸ ਤਰੀਕੇ ਨਾਲ ਦ੍ਰਿੜ ਕਰਾਉਂਦਾ ਹੈ। ਗੁਰਮਰਜ਼ਾਦਾ ਦੇ ਅਨੁਸਾਰ ਪਹਿਲਾਂ ਆਪਾਂ ਗੁਰਬਾਣੀ ਪਾਠ ਪੜ੍ਹ ਲਈਏ ਤਾਂ ਕਿ ਗੁਰੂ ਦੇ ਸ਼ਬਦ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ, ਸਾਡੀ ਸਮਝ ਵਿੱਚ ਪੈ ਜਾਵੇ ਗੁਰੂ ਦਾ ਸ਼ਬਦ। ਆਓ ਗੁਰਮੁਖ ਪਿਆਰੋ ਗੁਰਬਾਣੀ ਨਾਲ ਜੁੜੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਬਾ ਸਦ ਪੁੱਛਿਆ, ਬਹਿ ਬਹਿ ਕਰੇ ਵਿਚਾਰ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਕਦਾਰ, ਕਾਮ ਨੇਬ ਸਦ ਪੁੱਛਿਆ, ਬਹਿ ਬਹਿ ਕਰੇ ਵਿਚਾਰ। ਅੰਧੀ ਰਿਆਇਤ ਗਿਆਨ ਮੋਹਣੀ, ਭਾਏ ਭਰੇ ਮੁਰਦਾਰ। ਗਿਆਨੀ ਨਚਾ ਵਾਜੇ ਵਾਵਾ, ਰੂਪ ਕਰੈ ਸਿਗਾਰ। ਉੱਚੇ ਕੂਕੈ ਵਾਦਾ ਗਾਵੈ, ਜੋਦਾ ਕਾ ਵਿਚਾਰ। ਮੂਰਖ ਪੰਡਤਾ ਹਿਕਮਤ ਹੁਜਤਾ ਸੰਚੈ, ਕਰੈ ਪਿਆਰ। ਧਰਮੀ ਧਰਮ ਕਰੈ, ਗਾਵੇ ਹੈ ਮੋਖ, ਗਾਵੈ ਮੰਗੈ ਮੋਖ ਦੁਆਰ। ਧਰਮੀ ਧਰਮ ਕਰੈ, ਗਵਾਵਿਆ ਮੰਗੈ ਮੋਖ ਦੁਆਰ। ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੈ, ਘਟ ਕੋਈ ਆਖੈ। ਪਤ ਪਰਵਾਣਾ ਪਿਛਾ ਪਾਈਆ, ਤਾਂ ਨਾਨਕ ਤੋਲਿਆ ਜਾਪੈ। ਸਭ ਕੋ ਪੂਰਾ ਆਪੇ ਹੋਵੈ, ਘਟ ਕੋਈ ਆਖੈ। ਪਤ ਪਰਵਾਣਾ ਪਿਛਾ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ, ਜਿਸ ਵਿੱਚ ਆਸਾ ਦੀ ਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਮੁਖਾਰ ਬਿੰਦ ਵਿੱਚੋਂ ਉਚਾਰਨ ਕੀਤੀ ਗਈ ਗੁਰਬਾਣੀ, ਜੋ ਆਪਾਂ ਗੁਰਬਾਣੀ ਪਾਠ ਪੜ੍ਹਿਆ ਔਰ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਉਸ ਪਰਮਾਤਮਾ ਦੇ ਪ੍ਰਥਾਏ ਕੀ ਸਮਝਾਉਣਾ ਕਰਦੇ ਨੇ। ਆਓ ਗੁਰਮੁਖ ਪਿਆਰੋ ਗੁਰੂ ਸ਼ਬਦ ਵਿਚਾਰ ਨਾਲ ਜੁੜੀਏ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰੀਏ ਕਿ ਸੱਚੇ ਪਾਤਸ਼ਾਹ ਤੇਰੀ ਗੁਰਬਾਣੀ ਦੀ ਵਿਚਾਰ, ਤੇਰਾ ਸ਼ਬਦ ਸਾਡੇ ਪਾਪੀ ਹਿਰਦਿਆਂ 'ਚ ਵਸ ਜਾਵੇ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ।
ਸਾਡਾ ਜੀਵਨ ਗੁਰਬਾਣੀ ਦੇ ਮੁਤਾਬਕ ਚੱਲੇ, ਤਾਂ ਕਿ ਸਾਡਾ ਵੀ ਇਸ ਦੁਨੀਆ ਤੇ ਆਇਆ ਕਿਤੇ ਨਾ ਕਿਤੇ ਲੇਖੇ ਵਿੱਚ ਪੈ ਜਾਵੇ। ਪ੍ਰਮਾਤਮਾ ਸਾਡੇ ਤੇ ਕਿਰਪਾ ਕਰ ਦੇਵੇ। ਅੱਜ ਜੋ ਗੁਰੂ ਸਾਹਿਬ ਜੀ ਨੇ ਇਸ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ, ਵਿਚਾਰ ਤੋਂ ਪਹਿਲਾਂ ਵੀ ਆਪਾਂ ਬੇਨਤੀ ਕੀਤੀ ਕਿ ਭਾਈ ਅੱਜ ਦਾ ਜਿਹੜਾ ਸ਼ਬਦ ਹੈ ਇਹ ਸਾਰੀਆਂ ਸੰਗਤਾਂ ਵਾਸਤੇ, ਭਾਵੇਂ ਕੋਈ ਵਿਦਵਾਨ ਹੋਵੇ, ਭਾਵੇਂ ਕੋਈ ਗਿਆਨਵਾਨ ਹੋਵੇ, ਜਿਸ ਤਰ੍ਹਾਂ ਦਾ ਵੀ ਕੋਈ ਮਰਜ਼ੀ ਦੁਨੀਆ ਦਾ ਬੰਦਾ, ਜਿਸ ਤਰ੍ਹਾਂ ਦਾ ਪ੍ਰਮਾਤਮਾ ਨੇ ਕਿਰਦਾਰ ਕਾਰੋਬਾਰ ਦਿੱਤਾ ਹੈ, ਕਰ ਰਿਹਾ ਹੈ, ਇਹ ਸਾਰਿਆਂ ਵਾਸਤੇ ਬਹੁਤ ਸ਼ਬਦ ਜ਼ਰੂਰੀ ਹੈ ਸੁਣਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਪਾਪੀ ਹਿਰਦਿਆਂ ਨੂੰ ਬਲੂੰਦਰਦੇ ਹੋਏ ਕੀ ਸਮਝਾਉਣਾ ਕਰਦੇ ਨੇ। ਆਓ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਸ਼ਬਦ ਵਿਚਾਰ ਨਾਲ ਜੁੜੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਨੇ ਸਾਨੂੰ, ਲੱਭ ਪਾਪ ਦੋਏ ਰਾਜਾ, ਲੱਭ ਪਾਪ ਦੋਏ ਰਾਜਾ। ਲੱਭ ਜਿਹੜਾ ਇਹ ਜੀਵ ਦਾ ਚਸਕਾ ਹੈ। ਆਪਣੇ ਅੰਦਰ 5 ਵਾਸ਼ਨਾਵਾਂ 24 ਘੰਟੇ ਮੌਜੂਦ ਰਹਿੰਦੀਆਂ ਨੇ ਬੰਦੇ ਦੇ ਵਿੱਚ। 24 ਘੰਟੇ ਇਹ ਵਾਸ਼ਨਾ ਜਦੋਂ ਬੰਦੇ ਨੂੰ ਹਲੂਣਾ ਮਾਰਦੀਆਂ, ਮਨ ਨੂੰ ਸਿਗਨਲ ਦਿੰਦੀਆਂ ਨੇ ਕਿ ਵੀ ਆਹ ਕਰਨਾ ਹੈ, ਮਨ ਫਿਰ ਉਹਨਾਂ ਵਾਸ਼ਨਾ ਦੇ ਮਗਰ ਮਗਰ ਤੁਰਿਆ ਫਿਰਦਾ ਹੈ, ਉਹੋ ਜਿਹੇ ਕੰਮ ਕਰਦਾ ਹੈ, ਭਾਵੇਂ ਬੰਦਾ ਕਿੱਡੀ ਉੱਚੀ ਪਦਵੀ ਵਾਲਾ ਹੋਵੇ ਭਾਵੇਂ ਨਾ ਹੋਵੇ। ਜਿਹੋ ਜਿਹਾ ਵਾਸ਼ਨਾ ਨੇ ਮਨ ਨੂੰ ਸਿਗਨਲ ਪਹੁੰਚਾ ਦਿੱਤਾ, ਉਹੋ ਜਿਹਾ ਕਰਮ ਹੋਣਾ ਹੈ। ਤੇ ਗੁਰੂ ਸਾਹਿਬ ਜੀ ਨੇ ਅੱਜ ਇਹਨਾਂ ਬਾਰੇ ਦੱਸਿਆ ਕਿ ਬੰਦਿਆ, ਇਹਨਾਂ ਦੇ ਜੰਜਾਲ ਵਿੱਚੋਂ ਨਿਕਲਣਾ ਤੇ ਬੜਾ ਔਖਾ ਹੈ, ਪਰ ਇਹ ਕਰਦੇ ਕਿਵੇਂ ਨੇ? ਜਿਵੇਂ ਸੰਸਾਰਕ ਦੁਨੀਆ ਦਾ ਸਿਸਟਮ ਚੱਲਦਾ ਹੈ, ਰਾਜੇ ਮਹਾਰਾਜੇ ਹੁੰਦੇ ਨੇ ਤੇ ਉਹ ਕਿਵੇਂ ਦੁਨੀਆ ਨੂੰ ਲੁੱਟ ਕੇ ਖਾ ਜਾਂਦੇ ਨੇ, ਉਹਨਾਂ ਦਾ ਸਿਸਟਮ ਕਿਵੇਂ ਬਣਾਇਆ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਇਹ ਸਿਸਟਮ ਬਣਾਇਆ ਪ੍ਰਮਾਤਮਾ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ, ਲੱਭ ਪਾਪ ਦੋਏ ਰਾਜਾ, ਮਹਿਤਾ ਕੂੜ ਹੋਵਾ ਸਿਕਦਾਰ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ ਕਿ ਜਿਹੜਾ ਜਗਤ ਵਿੱਚ ਜੀਵਾਂ ਵਾਸਤੇ ਜੀਵ ਦਾ ਚਸਕਾ ਮਾਨੋ ਰਾਜਾ ਹੈ ਤੇ ਪਾਪ ਉਹਦਾ ਵਜ਼ੀਰ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਲੱਭ ਪਾਪ ਦੋਏ ਰਾਜਾ, ਮਹਿਤਾ ਕੂੜ ਹੋਵਾ ਸਿਕਦਾਰ। ਇਹਨਾਂ ਦਾ ਜਿਹੜਾ ਚੌਧਰੀ ਹੈ ਉਹ ਗੁਰੂ ਸਾਹਿਬ ਜੀ ਕਹਿੰਦੇ ਝੂਠ ਹੈ। ਜਾਣੀ ਕਿ ਇੱਕ ਸਭਾ, ਜਿਵੇਂ ਅੱਜ ਸਮਝ ਲਓ ਮੁੱਖ ਮੰਤਰੀ ਦੇ ਅਗਲੇ ਬੰਨੇ MLA ਹੁੰਦੇ ਨੇ, ਪ੍ਰਧਾਨ ਮੰਤਰੀ ਦੇ ਅੱਗੇ MP ਹੁੰਦੇ ਨੇ, ਜਿਸ ਤਰ੍ਹਾਂ ਦਾ ਉਹ ਰਾਜਾ ਹੋਏਗਾ ਉਸ ਤਰ੍ਹਾਂ ਦੇ ਗਾਂਵ ਦੇ MLA ਹੋਣਗੇ। ਹੁਣ ਜਿਹੜਾ MLA ਆ ਜਾਂ ਮੰਤਰੀਆਂ ਦਾ ਗਾ ਮੰਤਰੀ ਹੈ, ਉਹ ਗੁਰੂ ਸਾਹਿਬ ਜੀ ਕਹਿੰਦੇ ਵੀ ਇੱਕ ਚੌਧਰੀ ਸਿਕਦਾਰ ਹੈ, ਚੌਧਰੀ ਝੂਠਾ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ, ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਕਈਆਂ ਨੇ ਵੇਖਿਆ ਹੋਣਾ, ਕਈਆਂ ਨੇ ਸੁਣਿਆ ਹੋਣਾ, ਕਚਹਿਰੀਆਂ ਦੇ ਵਿੱਚ ਜੱਜ ਦੇ ਨਾਲ ਇੱਕ ਨੈਬ ਹੁੰਦਾ, ਨੈਬ ਕੋਰਟ ਕਹਿੰਦੇ ਨੇ ਉਹਨੂੰ, ਨੈਬ ਕੋਰਟ ਹੁੰਦਾ। ਉਹਦਾ ਕੰਮ ਕੀ ਹੈ? ਜਿਹੜੀ ਬਾਹਰੋਂ ਡਾਕ ਆਈ, ਜੋ ਵੀ ਕਿਸੇ ਦਾ ਕੇਸ ਹੈ, ਉਹਨੇ ਸਾਰਾ ਜੱਜ ਨੂੰ ਦੱਸਣਾ ਹੁੰਦਾ ਵੀ ਭਾਈ ਆਹ ਚੀਜ਼ਾਂ ਆਈਆਂ ਨੇ, ਬਾਹਰੋਂ ਡਾਕ ਆਈ ਹੈ, ਇਹਦਾ ਅੱਜ ਤਰੀਕ ਹੈ, ਇਹਦਾ ਆਹ ਸਾਰਾ ਸਿਸਟਮ ਉਹਨੇ ਸਾਰੀ ਡਾਕੂਮੈਂਟੇਸ਼ਨ ਕਰਨੀ ਹੁੰਦੀ। ਤੇ ਉਹਨੇ ਸਮੇਂ ਸਿਰ ਸਾਰਾ ਕੁਛ ਜੱਜ ਨੂੰ ਦੱਸਣਾ ਹੁੰਦਾ। ਉਹ ਇੱਕ ਪੁਲਿਸ
ਮੁਲਾਜ਼ਮ ਹੁੰਦਾ ਹੈ ਉਹਨੂੰ ਨਿਸ਼ਚਿਤ ਕੀਤਾ ਜਾਂਦਾ ਵੀ ਤੂੰ ਨੈਬ ਕੋਟ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਜਿਹੜਾ ਕਾਮ ਸਾਡਾ ਹੈ ਇਹ ਨੈਬ ਕੋਟ ਦਾ ਕੰਮ ਕਰਦਾ ਹੈ। ਕਾਮ ਜਿਹੜਾ ਹੈ, ਜਿਹੜੀ ਕਾਮ ਵਾਸ਼ਨਾ ਹੈ, ਇਹ ਸਾਡਾ ਨੈਬ ਕੋਟ ਦਾ ਕੰਮ ਕਰਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇਸੇ ਲੱਭ ਤੇ ਪਾਪ ਦੇ ਦਰਬਾਰ ਵਿੱਚ ਕਾਮ ਨੈਬ ਹੈ, ਇਸੇ ਨੂੰ ਸੱਦ ਕੇ ਸਲਾਹ ਪੁੱਛੀ ਜਾਂਦੀ ਹੈ। ਇੱਕ ਬਾਹਰ ਦਾ ਡਾਇਰੈਕਸ਼ਨ ਦੇ ਦਿੱਤੀ ਬਾਬੇ ਨਾਨਕ ਨੇ। ਬਾਬੇ ਨਾਨਕ ਨੇ ਬਾਹਰ ਦੀ ਡਾਇਰੈਕਸ਼ਨ ਦੇ ਦਿੱਤੀ ਵੀ ਇਹ ਜਿਹੜੇ 4-5 ਵਾਸ਼ਨਾ ਨੇ ਨਾ ਸਾਡੇ ਅੰਦਰ, ਇਹ ਇਕੱਠੀਆਂ ਹੋ ਕੇ ਵਿਚਾਰ ਕਰਦੀਆਂ ਨੇ, ਆਪਣੇ ਮਨ 'ਚ ਸਿਗਨਲ ਆਉਂਦਾ ਹੈ ਕਾਮ ਵਾਸ਼ਨਾ ਪੂਰੀ ਕਰਨੀ ਹੈ, ਇਹ ਕਿਵੇਂ ਹੋ ਸਕਦੀ ਹੈ, ਕਿਸ ਤਰ੍ਹਾਂ ਇਹਦੇ ਵਾਸਤੇ ਕੋਈ ਆਪਾਂ ਸਿਸਟਮ ਬਣਾਉਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਇਹ ਵਿਚਾਰ ਕਰਦਾ ਹੈ, ਕਹਿੰਦੇ ਨਾਲ ਰਾਜੇ ਨਾਲ ਤੇ ਵਜ਼ੀਰ ਦੇ ਨਾਲ ਤੇ ਝੂਠਾ ਜਿਹੜਾ ਚੌਧਰੀ ਹੈ, ਕੂੜਾ ਹੋਵਾ ਸਕਦਾਰ, ਇਹਨਾਂ ਸਾਰਿਆਂ ਦੇ ਨਾਲ ਸਲਾਹ ਮਸ਼ਵਰਾ ਕਰਦਾ ਹੈ। ਹੁਣ ਕੋਈ ਵੀ ਬੰਦਾ ਰਾਜੇ ਦਾ ਚਮਚਾ ਹੋਵੇ, ਰਾਜਾ ਵਜ਼ੀਰ ਦੀ ਮੰਨਦਾ ਹੈ। ਕਿਉਂ ਮੰਨਦਾ ਹੈ? ਰਾਜਾ ਵਜ਼ੀਰ ਦੀ ਕਿਉਂ ਮੰਨਦਾ ਹੈ? ਜਿਵੇਂ ਪੀਏ ਹੁੰਦਾ ਹੈ, ਅੱਗੇ ਉਹਨਾਂ ਨੇ ਰੱਖੇ ਹੁੰਦੇ ਨੇ ਵੀ ਸਾਰਾ ਸਿਸਟਮ ਉਹਨੂੰ ਪਤਾ ਹੁੰਦਾ ਹੈ ਵੀ ਆ ਇੱਥੇ ਆਪਾਂ ਅੱਜ ਜਾਣਾ ਹੈ, ਇੱਥੇ ਆਹ ਕਰਨਾ ਹੈ, ਆਹ ਆਪਣਾ ਕੰਮ ਅੱਜ ਹੋਣ ਵਾਲਾ ਹੈ, ਅੱਜ ਆਪਣੀ ਇੱਥੇ ਥਾਂ ਮੀਟਿੰਗ ਹੈ, ਅੱਜ ਆਪਾਂ ਕਿਸੇ ਨੂੰ ਆਹ ਕੰਮ ਦਿੱਤਾ ਹੈ, ਆਹ ਕਿਸੇ ਨੂੰ ਲਾਰਾ ਲਾਇਆ ਹੈ। ਸਾਰੀ ਡਿਟੇਲਮੈਂਟ ਪੀਏ ਕੋਲ ਹੁੰਦੀ ਹੈ, ਵਜ਼ੀਰ ਕੋਲ। ਹੁਣ ਗੁਰੂ ਸਾਹਿਬ ਜੀ ਇਹ ਸਮਝਣਾ ਥੋੜ੍ਹਾ ਜਿਹਾ ਸਾਡੇ ਵਾਸਤੇ ਬਹੁਤ ਗਹਿਰਾ ਹੈ। ਗੁਰੂ ਸਾਹਿਬ ਜੀ ਕਹਿੰਦੇ ਫਿਰ ਇਹ ਜਿਹੜਾ ਕਾਮ ਵਾਸ਼ਨਾ ਹੈ ਨਾ, ਇਹ ਸਾਰਿਆਂ ਨੂੰ ਇਕੱਠੇ ਕਰਦਾ ਹੈ, ਸਿਗਨਲ ਦਿੰਦਾ ਹੈ, ਇਹਨਾਂ ਨਾਲ ਵਿਚਾਰ ਕਰਦਾ ਹੈ ਵੀ ਮੈਂ ਇਸ ਚੀਜ਼ ਦੀ ਪੂਰਤੀ ਕਰਨੀ ਹੈ, ਤੁਸੀਂ ਮੈਨੂੰ ਸਲਾਹ ਮਸ਼ਵਰਾ ਦਿਓ ਵੀ ਕਿਵੇਂ ਹੋਏਗੀ। ਹੁਣ ਕਿਸੇ ਨੇ ਕਹਿਣਾ ਵੀ ਤੂੰ ਪਾਪ ਨੇ ਕਹਿਣਾ ਹੈ, ਪਾਪ ਨੇ ਕਹਿਣਾ ਵੀ ਤੂੰ ਇਸ ਤਰ੍ਹਾਂ ਕੰਮ ਕਰ, ਲੱਭ ਨੇ ਕਹਿਣਾ ਵੀ ਤੂੰ ਇਸ ਤਰ੍ਹਾਂ ਕੰਮ ਕਰ, ਸਿੱਕਾਦਾਰ ਜਿਹੜਾ ਚੌਧਰੀ ਹੈ ਉਹਨੇ ਕਹਿਣਾ ਇਸ ਤਰ੍ਹਾਂ ਕੰਮ ਕਰ। ਸਾਰਿਆਂ ਦੀ ਸਲਾਹ ਮਸ਼ਵਰਾ ਹੋਏਗੀ। ਫਿਰ ਜਿੰਦੇ ਵਿੱਚ ਪਾਪ ਨੇ ਆਪਣਾ ਕੰਮ ਕਰਨਾ ਹੈ, ਪਾਪ ਨੇ ਆਪਣਾ ਕੰਮ ਕਰਨਾ ਹੈ, ਪਾਪ ਨੇ ਕਹਿ ਦੇਣਾ ਵੀ ਹਾਂ ਮੈਂ ਤੇਰਾ ਇਸ ਤਰ੍ਹਾਂ ਕਰਾ ਦਿਆਂਗਾ ਕੰਮ, ਤੇਰਾ ਜਿਸ ਤਰ੍ਹਾਂ ਮਰਜ਼ੀ ਹੋਵੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਭਾਈ ਜਿਹੜਾ ਚਸਕਾ ਹੈ ਨਾ ਜੀਵ ਦਾ, ਇਹ ਰਾਜਾ ਹੈ। ਰਾਜਾ ਲੋਭ, ਜਿਹੜਾ ਲੱਭ ਹੈ, ਲੋਭ ਜਿਹੜਾ ਹੈ ਇਹ ਰਾਜਾ ਹੈ। ਇਹਨੇ ਜ਼ਬਾਨ ਦੇ ਚਸਕੇ ਨੇ। ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਕਈ ਵਾਰ ਨਾ ਉਹਨਾਂ ਬੰਦਿਆਂ ਨੂੰ ਕਹਿ ਦਿੰਦੇ ਜਿਹੜੇ ਬੰਦਿਆਂ ਦਾ ਕੋਈ ਕੰਮ ਕਰਨ ਦਾ ਕਿਰਦਾਰ ਮਿਹਨਤ ਨਹੀਂ ਕਰਦੇ, ਜਿਨ੍ਹਾਂ ਨੂੰ ਆਪਾਂ ਕੌਲੀ ਚੱਟ ਕਹਿ ਦਿੰਦੇ, ਕੌਲੀ ਚੱਟ। ਉਹਨਾਂ ਦਾ ਮਤਲਬ ਹੁੰਦਾ ਹੈ ਕਿ ਢਾਂਸ ਕੋਈ ਨਾ ਕੋਈ ਬਣਾ ਲੈਣਾ। ਉਲਟੀ ਸੁਲਟੀ ਕਈ ਬੰਦਿਆਂ ਨਾਲ ਜੁੜੇ ਹੁੰਦੇ ਨੇ, ਰਾਜਿਆਂ ਨਾਲ ਜੁੜੇ ਹੁੰਦੇ ਨੇ, ਉਹ ਵੱਡੇ ਵੱਡੇ ਕਾਰੋਬਾਰ ਕਰਨ ਵਾਲਿਆਂ ਨਾਲ ਜੁੜੇ ਹੁੰਦੇ ਨੇ। ਉਹ ਉਹਨਾਂ ਨੂੰ ਸਿਸਟਮ ਇਸ ਤਰ੍ਹਾਂ ਦਾ ਦੱਸਦੇ ਵੀ ਸਾਡੀ ਰੋਟੀ ਰੋਜੀ ਚੱਲਦੀ ਰਹੇ, ਸਾਡਾ ਜਾਣੀ ਕਿ ਤੋਰੀ ਫੁਲਕਾ ਚੱਲਦਾ ਰਹੇ, ਵੀ ਅਸੀਂ ਨੂੰ ਕੋਈ ਉਲਟੇ ਫੁਲਟੇ ਕੰਮ ਤੇ ਸਾਡੇ ਅਸੀਂ ਦੇ ਨਾਲ ਜਾਵਾਂਗੇ ਤੇ ਕੁਛ ਨਾ ਕੁਛ ਸਾਡਾ ਚੱਲਦਾ ਰਹੇ, ਕੰਮ ਚੱਲਦਾ ਰਹੇ। ਜਿਵੇਂ ਕੁੱਤੇ ਨੂੰ ਹੱਡੀ ਦਾ ਸਵਾਦ ਪੈ ਜਾਂਦਾ ਹੈ ਨਾ, ਉਹਨਾਂ ਨੂੰ ਖਾਣ ਪੀਣ ਵਧੀਆ ਮਿਲ ਜਾਂਦਾ ਹੈ, ਸ਼ਰਾਬ ਮਿਲ ਗਈ, ਹੋਰ ਚੀਜ਼ਾਂ ਮਿਲ ਗਈਆਂ, ਉਹਨਾਂ ਦਾ ਸਿਸਟਮ ਬਣਿਆ ਰਹਿੰਦਾ, ਉਹਨੂੰ ਕਹਿੰਦੇ ਕੌਲੀ ਚੱਟ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਜਦੋਂ ਇਹ ਕਾਮ ਵਾਸ਼ਨਾ ਨੇ ਸਿਗਨਲ ਦਿੱਤਾ ਵੀ ਮੈਂ ਆਪਣੀ ਸਿਸਟਮ ਨੂੰ ਪੂਰਾ ਕਰਨਾ ਹੈ, ਤੇ ਪਾਪ ਨੇ ਕਹਿਣਾ ਕੋਈ ਗੱਲ ਨਹੀਂ, ਪਾਪ ਨੇ ਕਹਿਣਾ ਕੋਈ ਗੱਲ ਨਹੀਂ ਮੈਂ ਹੋ ਜਾਵਾਂਗਾ। ਪਾਪ ਨੇ ਜਿਹੜਾ ਰਾਜਾ ਹੈ ਮੈਂ ਤੇਰੇ ਥਾਂ ਤੇ ਖੜਾ ਹੋਵਾਂਗਾ। ਵੀ ਪਾਪ ਕਰਨ ਲੱਗਿਆਂ ਬੰਦੇ ਨੇ ਫਿਰ ਦੇਰੀ ਨਹੀਂ ਲਾਉਣੀ। ਕਿਸੇ ਤੋਂ ਪੈਸਾ ਚੁਰਾਉਣ ਵਾਸਤੇ ਕਿਸੇ ਨੂੰ ਡਾਕਾ ਮਾਰਨਾ, ਕਿਸੇ ਦੇ ਨਾਲ ਢਿੱਡ ਪਾੜਨਾ, ਇਹ ਪਾਪ ਕਹੇਗਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹੈ। ਪਾਪ ਜਿਵੇਂ ਦੁਨੀਆ ਦੇ ਰਾਜੇ ਕਹਿ ਦਿੰਦੇ ਤੂੰ ਕੋਈ ਨਹੀਂ ਜੋ ਮਰਜ਼ੀ ਕਰ
मैं तेरे नाल है। तो गुरु साहब जी कहते जदों काम वासना ने इन्हां विचार कीती, ये पाप राजे ने कह दिता कोई गल नहीं, तू जो मर्जी कर, जो मर्जी कर, मैं तेरे नाल हाँ। ते नाल ही गुरु साहब जी कहते ने लब पाप दोए राजा। ते फिर ये चस्का जीव का कला मन राजा नहीं, पापी वजीर भी कहता कोई गल नहीं, मेरे राजे ने कह दिता जोड़ा कुछ मर्जी कर, जो कुछ मर्जी कर। पाप भी कहता है जो मर्जी कर, मेरा सिग्नल तेरे वास्ते वधिया है। आपां कई बार कहने ना इस बंदा तां इस तरह के काम करदा, इहदी सरकारे दरबारे चलदी है। बई सरकारे दरबारे चलदी है, जिन्ना मर्जी कुछ करी जावे, पाप करी जावे, वधीकियां करी जावे, किसी का ढिड फाड़ी जावे, आपां कहने दी सरकारे दरबारे चलदी। बई इनू तां कोई नहीं रोक सकता। हुण गुरु साहब जी कहते भी काम वासना नूं इन्हां दोवां दा सिग्नल हो गया, लोभ दा भी हो गया, पाप दा भी हो गया। ते तीजा चौधरी, जिहड़ा तीजा चौधरी है, यह कहता कोई गल नहीं, चक दे फट्टे, मैं तेरे नाल है। जदों बंदे दी चौधर होवे ते वो किस तरह के काम करदा, आपां कहने ना फलाने मंत्री ने इस तरह के काम कीते, अपनी ताकत का गलत इस्तेमाल किया, लोगों ने आह काम किया जो अज हो रहा है। अज एक मंत्री बनाया तो दुनिया ने है, लोकतंत्र राज है आपां कहने, पर लोकतंत्र राज की मनी जाती है। जो अपने मन में आया, जिस तरह का सिस्टम है भी मैं करदा, लोग मैनू भावें रोंदे रहन, गालां कढ़दे रहन, भावें मेरी जान भी ले लैन, पर जिहड़ी गल मैं कह दी वो मैं पूर्ण कराउणी है। गुरु परमात्मा परमेश्वर की बाणी ने यह सानू समझाउणा कीता है कि लब पाप दोए राजा महता, कूड़ होवा सकदार, काम नेब सद पुछिए बह बह करे विचार। गुरु साहब जी कहते जगत विच जीवां वास्ते जीव का चस्का मानो राजा है, पाप वजीर है अते झूठ चौधरी है। इसे लब ते पाप दे दरबार विच काम नैब आया है, दरबार दे विच काम नैब आया है। इसे नूं सद के सलाह पुछी जाती है, यही इन्हां दा वड्डा सलाहकार है। बह बह करे विचार, भी इन्हां नूं सलाह दिंदा है। हुण जिहड़े गुस्ताखी माफ़ करना, कई बंदियां दे अपने किरदार चंगे हुंदे ने, सलाहकार माड़े बन जाते हैं। सलाहकार माड़े हुंदे ने, उस बंदे दा किरदार वधिया हुंदा है। सलाह देण वाले माड़े हुंदे ने, माड़ी सलाह दे दिंदे ने, फिर उस तरह के काम करदा है। ते लोग कहंदे भी आ तू क्यों कीता, वो कहंदा मैनूं फलाने बंदे ने कहा सी। सलाहकार कई बार बंदे दा मन चाहुंदा है भी मैं चंगे कर्म करां, पर सलाहकार माड़े मिल जाण। हुण काम वासना ने तो सलाह उहो जी देनी है जिहो जी ना देनी होवे। इन्हें दा कहना भी जो मर्जी कर। गुरु परमात्मा परमेश्वर की बाणी ने सानू समझाउणा कीता है कि जिहड़ा काम वासना जिन्हों नैब दा नैब कोट का दर्जा दिता भी इन्हें तो सलाह अपने वास्ते ही देनी है भी मेरी सलाह तू मन। अगे गुरु साहब जी कहते अंधी रियायत ज्ञान विहाउणी, भाए भरे मरदार। गुरु साहब जी कहते इन्हां दी प्रजा ज्ञान तो सखणी होने करके मानो अन्नी होई ते तृष्णा की अग विच चट्टी भर रही। हुण काम वासना की खातर, पाप की खातर, लोभ की खातर बंदा वो काम करदा जिहड़े नहीं करन वाले। इन्हां दी खातर भी ये मेरियां वासना पूरियां हो जाण। जिन्हों जीभ का चस्का पै जांदा है, खांदी जीभ है ते शर्माउंदियां अखां ने, खाण पिछे ही आपदा जीवन बर्बाद कर लेंदे। इसे करके गुरु साहब जी कहते पाप वैसे गुझा तो रहिंदा नहीं, पाप करन वास्ते बंदा बड़ा कुछ करदा है भी मेरे पाप का पर्दा पिया रहे। पाप करदा है, पाप बंदा करदा है मेरा पर्दा बनिया रहे। फिर पर्दा बनाउण वास्ते कईयां दे नाल संबंध जोड़ने पैंदे ने, कईयां नूं
ਆਪਣੀਆਂ ਅੱਖਾਂ ਨੀਵੀਆਂ ਕਰਕੇ ਉਹਨਾਂ ਦੇ ਅੱਗੇ ਤੁਰਨਾ ਪੈਂਦਾ ਹੈ। ਕਿਉਂ ਕਿ ਪਾਪ ਨੇ ਜੇ ਜ਼ਾਹਰ ਹੋ ਗਿਆ ਤੇ ਫਿਰ ਗੁਰਮੁਖ ਪਿਆਰੋ ਬੜਾ ਮਾੜਾ ਕਰਮ ਹੋਏਗਾ। ਇਸ ਕਰਕੇ ਪਾਪ ਜਿਹੜਾ ਇਹ ਵੀ ਸਾਨੂੰ ਦਬਾ ਲੈਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਹੁੰਦਾ ਕਿਸ ਤਰ੍ਹਾਂ ਹੈ? ਅੰਧੀ ਰਿਆਇਤ ਗਿਆਨ ਵਿਹੋਣੀ ਭਾਏ ਭਰੇ ਮਰਦਾਰ। ਵੀ ਅਗਿਆਨਤਾ ਦੇ ਅੰਧੇਰੇ ਵਿੱਚ ਹੀ ਜਾਣੀ ਗਿਆਨ ਨਾ ਹੋਣ ਕਰਕੇ ਇਹ ਕੰਮ ਸਿਸਟਮ ਚੱਲੀ ਜਾਂਦਾ ਹੈ। ਤੇ ਜੇ ਗਿਆਨ ਹੋਵੇ ਫਿਰ ਕਿਸੇ ਨੂੰ ਕੀ ਲੋੜ ਹੈ ਕਿਸੇ ਦੀ ਮਥਾਜੀ ਕਰਨ ਦੀ, ਫਿਰ ਕਿਸੇ ਨੂੰ ਕੀ ਲੋੜ ਹੈ ਕਿਸੇ ਦੀ ਚਮਚਾਕਰੀ ਕਰਨ ਦੀ। ਜਿਹੜਾ ਬੰਦਾ ਆਪਣੇ ਆਪ ਦੇ ਵਿੱਚ ਸਟੈਂਡ ਹੈ, ਆਪਣੇ ਦਸਾਂ ਨੌਵਾਂ ਦੀ ਕਿਰਤ ਕਰਦਾ ਹੈ, ਸੋਹਣੇ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਦਾ ਹੈ, ਉਹਨੂੰ ਕਿਸੇ ਦੇ ਅੱਗੇ ਹੱਥ ਟੱਡਣ ਦੀ ਕੀ ਲੋੜ ਹੈ? ਉਹਨੂੰ ਇਹਨਾਂ ਵਾਸ਼ਨਾ ਦੇ ਨਾਲ ਸੰਬੰਧਿਤ ਹੋਣ ਦੀ ਕੀ ਲੋੜ ਹੈ? ਜਦੋਂ ਇਹਨਾਂ ਵਾਸ਼ਨਾ ਦਾ ਫੁਰਨਾ ਫੁਰਦਾ ਹੈ, ਜੇ ਤਾਂ ਉਹ ਬੰਦਾ ਰੱਬ ਦਾ ਨਾਮ ਜਪਦਾ ਹੋਵੇਗਾ, ਰੱਬ ਦੀ ਵਡਿਆਈ ਕਰਦਾ ਹੋਵੇਗਾ, ਤੇ ਇਹਦੇ ਵਿੱਚ ਸਿਗਨਲ ਨਹੀਂ ਆਏਗਾ। ਜੇ ਭਾਈ ਦੁਨਿਆਵੀ ਦੁਨੀਆ ਦੇ ਨਾਲ ਮਸਤ ਹੋਇਆ ਹੈ, ਫਿਰ ਇਹਨਾਂ ਨੇ ਚੌਂ ਨੇ ਸਿਸਟਮ ਨੂੰ ਹਿਲਾਉਣਾ ਹੈ ਤੇ ਗਲਤ ਤਰੀਕੇ ਦੇ ਨਾਲ ਕਾਰੋਬਾਰ ਕਰਾਉਣੇ ਨੇ, ਜਿਹਦੇ ਕਾਰਨ ਕਰਕੇ ਸਾਡਾ ਜੀਵਨ ਬਰਬਾਦ ਹੋ ਜਾਂਦਾ ਹੈ। ਇਕੱਲਾ ਇੱਕ ਬੰਦੇ ਵਾਸਤੇ ਨਹੀਂ, ਗੁਰੂ ਸਾਹਿਬ ਨੇ ਸਾਰਿਆਂ ਵਾਸਤੇ ਸਮਝਾਉਣਾ ਕੀਤਾ। ਭਾਵੇਂ ਕੋਈ ਗਿਆਨਵਾਨ ਹੋਵੇ, ਗਿਆਨੀ ਹੋਵੇ, ਭਾਵੇਂ ਕੋਈ ਵਿਦਵਾਨ ਵੈਦ ਹੋਵੇ, ਭਾਵੇਂ ਕੋਈ ਆਮ ਬੰਦਾ ਹੋਵੇ, ਭਾਵੇਂ ਸੰਤਰੀ ਮੰਤਰੀ ਰਾਜੇ ਮਹਾਰਾਜੇ ਜੋ ਵੀ ਹੋਵੇ, ਸਾਰਿਆਂ ਵਾਸਤੇ ਇੱਕੋ ਜਿਹਾ ਸਿਸਟਮ ਹੈ। ਸਾਰਿਆਂ ਵਾਸਤੇ ਇੱਕੋ ਜਿਹਾ ਹੀ ਅੰਦਰ ਹਲੂਣਾ ਵੱਜਦਾ ਹੈ, ਜਿਹਦੇ ਕਾਰਨ ਕਰਕੇ ਬੰਦਾ ਇਹੋ ਜਿਹੇ ਕਰਮ ਕਰਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਅੰਧੀ ਰਿਆਇਤ ਗਿਆਨ ਵਿਹੋਣੀ ਭਾਏ ਭਰੇ ਮਰਦਾਰ। ਬਿਨਾਂ ਮਤਲਬ ਤੋਂ ਅਸੀਂ ਕਿਸੇ ਦੀ ਚੱਟੀ ਭਰੀ ਜਾ ਰਹੇ ਹਾਂ, ਬਿਨਾਂ ਮਤਲਬ ਤੋਂ ਕਿਸੇ ਦੀ ਚਮਚਾਗਰੀ ਕਿਸੇ ਦੇ ਥੱਲੇ ਲੱਗ ਕੇ ਆਪਣੀਆਂ ਵਾਸ਼ਨਾ ਕਰਕੇ ਉਹਨਾਂ ਵਾਸ਼ਨਾ ਦੀ ਪੂਰਤੀ ਕਰਨ ਵਾਸਤੇ ਸਾਨੂੰ ਥੱਲੇ ਲੱਗ ਕੇ ਰਹਿਣਾ ਪੈਂਦਾ ਹੈ, ਸਾਨੂੰ ਥੱਲੇ ਲੱਗ ਕੇ ਜੀਣਾ ਪੈਂਦਾ ਹੈ। ਇਹ ਪਰਮਾਤਮਾ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਬੰਦਿਆ ਇਹ ਵਾਸ਼ਨਾ ਪੈਦਾ ਵੀ ਪਰਮਾਤਮਾ ਨੇ ਕੀਤੀਆਂ ਨੇ ਤੇ ਇਹਨਾਂ ਨੂੰ ਠੰਡੇ ਵੀ ਪਰਮਾਤਮਾ ਨੇ ਕਰਨਾ ਹੈ। ਇਹਨਾਂ 'ਤੇ ਜਿਵੇਂ ਕਹਿੰਦੇ ਨਾ ਪਰਦਾ ਵੀ ਪਰਮਾਤਮਾ ਨੇ ਪਾਉਣਾ ਹੈ, ਪਰ ਪਰਦਾ ਤਾਂ ਬਣਿਆ ਰਹੇਗਾ ਜੇ ਪਰਮਾਤਮਾ ਦੀ ਤੂੰ ਉਸਤਤ ਕਰੇਗਾ, ਗੁਰਬਾਣੀ ਪੜ੍ਹੇਗਾ ਤੇ ਆਪਣਾ ਜੀਵਨ ਸੋਹਣਾ ਬਣਾਏਗਾ, ਫਿਰ ਇਹ ਗੱਲ ਬਣੇਗੀ। ਅੱਗੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ? ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੈ ਸਿੰਗਾਰ। ਇੱਥੇ ਵੀ ਬਾਬੇ ਨਾਨਕ ਨੇ ਡਾਇਰੈਕਟ ਗੱਲ ਕਹਿ ਦਿੱਤੀ, ਜੋ ਮਨੁੱਖ ਆਪਣੇ ਆਪ ਨੂੰ ਗਿਆਨਵਾਨ ਉਪਦੇਸ਼ਕ ਅਖਵਾਉਂਦੇ ਨੇ, ਉਹ ਨੱਚਦੇ ਨੇ, ਵਾਜੇ ਵਜਾਉਂਦੇ ਨੇ ਤੇ ਕਈ ਤਰ੍ਹਾਂ ਦੇ ਭੇਸ ਵਟਾਉਂਦੇ ਨੇ ਤੇ ਕਈ ਤਰ੍ਹਾਂ ਦੇ ਸ਼ਿੰਗਾਰ ਕਰਦੇ ਨੇ। ਹੁਣ ਆਪਾਂ ਇੱਕ ਕਲਾ ਹੁੰਦੀ ਹੈ, ਪਰਮਾਤਮਾ ਨੇ ਸਾਰਿਆਂ ਨੂੰ ਨਹੀਂ ਦਿੱਤੀ ਹੁੰਦੀ। ਹਰ ਕੋਈ ਬੰਦਾ ਕੀਰਤਨ ਨਹੀਂ ਕਰ ਸਕਦਾ, ਹਰ ਕੋਈ ਬੰਦਾ ਢਾਡੀ ਰਾਗੀ ਨਹੀਂ ਬਣ ਸਕਦਾ, ਹਰ ਕੋਈ ਬੰਦਾ ਕਲਾਕਾਰ ਨਹੀਂ ਬਣ ਸਕਦਾ। ਉਹ ਫਿਰ ਉਸ ਕਲਾ ਨੂੰ ਇਸ ਤਰੀਕੇ ਨਾਲ ਲੋਕਾਂ ਅੱਗੇ ਪ੍ਰਦਰਸ਼ਨ ਕਰਦਾ ਹੈ ਕਿ ਮੇਰੀ ਕਲਾ ਹੋਰ ਸੋਹਣੀ ਲੱਗੇ, ਉਹੋ ਜਿਹੇ ਸ਼ਿੰਗਾਰ ਕਰਦਾ ਹੈ। ਜਿਵੇਂ ਆਪਾਂ ਦੇਖਦੇ ਐਕਟਰ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ, ਐਕਟਿੰਗ ਕਰਦੇ ਨੇ, ਕੱਪੜੇ ਪਾਉਂਦੇ ਨੇ ਤੇ ਸੋਹਣੇ ਲੱਗਦੇ ਨੇ, ਤੇ ਆਪਾਂ ਵੀ ਉਹੀ ਕੋਸ਼ਿਸ਼ ਕਰਦੇ। ਗੁਸਤਾਖੀ ਮਾਫ਼ ਕਰਨਾ, ਕਈ ਨੌਜਵਾਨ ਪਹਿਲਾਂ ਤੇ ਨਹੀਂ ਸੀ, ਪਹਿਲਾਂ ਤੇ ਮੋਨੇ ਕੋਨੇ ਕਲਾਕਾਰ ਹੁੰਦੇ ਸੀ, ਤੇ ਨਹੀਂ ਜਦੋਂ ਦੇ ਇਹ ਪੱਗਾਂ ਬੰਨ੍ਹਣ ਲੱਗ ਪਏ ਕਲਾਕਾਰ, ਪੱਗਾਂ ਵੀ ਬੰਨ੍ਹਣ ਲੱਗ ਪਏ, ਜਿਸ ਤਰ੍ਹਾਂ ਦੀਆਂ ਉਹ ਬੰਨ੍ਹਦੇ ਨੇ, ਜਿਹੋ ਜਿਹੀਆਂ ਉਹ ਦਾੜੀਆਂ ਰੱਖਣ ਲੱਗ ਪਏ, ਉਹੋ ਜਿਹੀਆਂ ਦਾੜੀਆਂ ਰੱਖਣ ਲੱਗ ਪਏ, ਉਹੋ ਜਿਹੀਆਂ ਮੁੱਛਾਂ ਰੱਖਣ ਲੱਗ ਪਏ। ਤੇ ਕੁਝ ਜਿਸ ਤਰ੍ਹਾਂ ਦੇ ਰਾਗੀ ਸਿੰਘ ਹੈ, ਉਹਨਾਂ ਦਾ ਵਰਗਾ ਸਿਸਟਮ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਗੁਰੂ ਸਾਹਿਬ ਜੀ ਕਹਿੰਦੇ ਵੀ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ, ਪਰ ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੇ ਸਿੰਗਾਰ। ਇੱਥੇ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਕਿ ਗਿਆਨਵਾਨ ਉਪਦੇਸ਼ਕ ਅਖਵਾਉਂਦੇ ਨੇ, ਉਹ ਨੱਚਦੇ ਵੀ ਨੇ, ਵਾਜੇ ਵੀ ਵਜਾਉਂਦੇ ਨੇ, ਕਈ ਤਰ੍ਹਾਂ ਦੇ ਭੇਸ ਵੀ ਵਟਾਉਂਦੇ ਨੇ, ਸ਼ਿੰਗਾਰ ਕਰਦੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਕੀ ਕਰਦੇ ਨੇ? ਉੱਚੈ ਕੂਕੈ ਵਾਦਾ ਗਾਵੈ ਜੋਦਾ ਕਾ ਵਿਚਾਰ।
ਉਹ ਗਿਆਨੀ ਉੱਚੀ ਉੱਚੀ ਕੂਕਦੇ ਨੇ, ਯੁੱਧਾਂ ਦਾ ਪ੍ਰਸੰਗ ਸੁਣਾਉਂਦੇ ਨੇ ਤੇ ਯੋਧਿਆਂ ਦੀਆਂ ਵਾਰਾਂ ਦੀਆਂ ਵਿਆਖਿਆ ਕਰਦੇ ਨੇ ਵੀ ਆਪਣੇ ਆਪ ਨੂੰ, ਤੇ ਭਾਵੇਂ ਜਿੱਥੇ ਮਰਜ਼ੀ ਕੋਈ ਜੁੜਿਆ ਹੋਵੇ, ਆਪਣੇ ਆਪ ਨੂੰ ਵੀ ਵਿਚਾਰਧਾਰਾ ਦੇ ਨਾਲ ਕਹਿੰਦੇ ਅਸੀਂ ਜੁੜੇ ਹੋਏ ਹਾਂ। ਤੇ ਵੱਡੇ ਵੱਡੇ ਮਹਾਨ ਪੁਰਸ਼ਿਆਂ ਦਾ, ਗੁਰਮੁਖ ਪਿਆਰੋ, ਜੋ ਕੁਛ ਕਰਨਾ ਬੰਦਾ ਆਪ ਕਰੇ। ਆਪਾਂ ਵੱਡਿਆਂ ਦਾ ਇਤਿਹਾਸ ਜਦੋਂ ਭੁੱਲ ਜਾਂਦੇ ਆ ਨਾ, ਜਿਹੜੇ ਵੱਡੇ ਵਡੇਰੇ ਕਹਿੰਦੇ ਕੌਮ ਕਦੋਂ ਖਤਮ ਹੁੰਦੀ ਹੈ, ਸਪ੍ਰਿੰਟ ਕਦੋਂ ਖਤਮ ਹੁੰਦੀ ਹੈ? ਜਦੋਂ ਕੌਮ ਦੇ ਅੰਦਰੋਂ ਇਤਿਹਾਸ ਮੁੱਕ ਜਾਂਦਾ। ਇਤਿਹਾਸ ਮੁੱਕ ਗਿਆ ਵੱਡਿਆਂ ਵਡੇਰਿਆਂ ਦਾ, ਤੇ ਨਾਮੋ ਨਿਸ਼ਾਨ ਮਿਟ ਜਾਂਦਾ। ਜਿਹੜੀਆਂ ਕੌਮਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ, ਉਹਨਾਂ ਦਾ ਕੋਈ ਹੋਂਦ ਵਜੂਦ ਨਹੀਂ ਰਹਿ ਜਾਂਦਾ। ਇਤਿਹਾਸ ਪੜ੍ਹ ਕੇ, ਸੁਣ ਕੇ ਆਪਣਾ ਜੀਵਨ ਜੀਣਾ ਚਾਹੀਦਾ ਵੀ ਸਾਡੇ ਪੁਰਸ਼ਿਆਂ ਨੇ। ਹੁਣ ਆ ਜਿੱਦਣ ਦਾ ਗੁਰਮੁਖ ਪਿਆਰੋ ਆ ਚੱਲ ਰਿਹਾ ਹੈ ਕਿਸਾਨਾਂ ਦਾ, ਜਿੱਦਣ ਦਾ ਇਹ ਕਾਲਾ ਕਾਨੂੰਨ ਆਇਆ, ਉਦਣ ਦੇ ਥਾਂ ਥਾਂ 'ਤੇ ਇਕੱਠੇ ਹੋ ਕੇ ਅੱਜ ਇਤਿਹਾਸ ਯਾਦ ਆਉਂਦਾ ਸਾਨੂੰ। ਅੱਜ ਸਾਰੇ ਹੀ, ਭਾਵੇਂ ਕੋਈ ਕਲਾਕਾਰ ਹੋਵੇ, ਭਾਵੇਂ ਕੋਈ ਮੰਤਰੀ ਸੰਤਰੀ ਹੋਵੇ, ਕੋਈ ਆਮ ਬੰਦਾ ਹੋਵੇ ਪਬਲਿਕ ਨੂੰ ਡੀਲ ਕਰਨ ਵਾਲਾ, ਉਹ ਹਰ ਕੋਈ ਬੰਦਾ ਇਤਿਹਾਸ ਦਿੰਦਾ ਹੈ ਵੀ ਸਾਡੇ ਪੁਰਖਿਆਂ ਨੇ ਕੀ ਕੰਮ ਕੀਤੇ। ਸਾਡੇ ਪੁਰਖਿਆਂ ਨੇ ਵੇਖੋ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ, ਇਸ ਦੇਸ਼ ਨੂੰ ਯਾਦ ਕਰਵਾਉਣ ਵਾਸਤੇ, ਇਸ ਦੇਸ਼ ਦੇ ਵਿੱਚੋਂ ਜ਼ਾਲਮਾਂ ਨੂੰ ਕੱਢਣ ਵਾਸਤੇ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਕੀਤੀਆਂ। ਪਰ ਯਾਦ ਕਰਾਉਂਦੇ ਨੇ, ਆਪ ਨਹੀਂ ਕਰਦੇ। ਬਹੁਤੇ ਐਸੇ ਹੁੰਦੇ ਨੇ ਯਾਦ ਕਰਾਉਂਦੇ ਨੇ ਪਰ ਆਪ ਨਹੀਂ ਕਰਦੇ। ਆਪ ਉਸ ਤਰ੍ਹਾਂ ਦਾ ਜੀਵਨ ਨਹੀਂ ਹੈ। ਹਾਂ, ਜਿਹੜੇ ਮਾਰਗ 'ਤੇ ਚੱਲੇ ਨੇ ਉਹਨਾਂ ਦਾ ਜੀਵਨ ਵੀ ਬਹੁਤ ਸੋਹਣਾ ਹੈ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹ ਕੀ ਕਿਹਾ ਕਰਦੇ ਸੀ? ਕਲਗੀ ਧਰ ਦਿਓ ਜੋ ਦਿਓ, ਜੋ ਦਿਓ ਕਲਗੀ ਧਰ ਦਿਓ, ਸਿੱਖੀ ਬਦਲੇ ਜਾਨਾਂ ਵਰ ਦਿਓ। ਵੀ ਜੋ ਕਲਗੀ ਧਰ ਨੇ ਆਪਣੀ ਸਪ੍ਰਿੰਟ ਰੱਖੀ, ਅਸੀਂ ਉਹਦੇ ਸਿੱਖ ਹਾਂ, ਤੇ ਸਾਡਾ ਜੀਵਨ ਸੋਹਣਾ ਬਣ ਜਾਵੇ, ਸਾਡਾ ਜੀਵਨ ਸੋਹਣਾ ਬਣ ਜਾਵੇ। ਸਾਡੇ ਜੀਵਨ ਦੇ ਵਿੱਚ ਪ੍ਰਮਾਤਮਾ ਕਿਰਪਾ ਕਰੇ। ਇਹ ਇਤਿਹਾਸ ਨੂੰ ਫਰੋਲ ਕੇ ਹੀ ਸਾਡੇ ਜੀਵਨ ਦੇ ਵਿੱਚ ਅੱਜ ਸਪ੍ਰਿੰਟ ਆਉਣੀ ਹੈ। ਤੇ ਜੇ ਗੁਰਮੁਖ ਪਿਆਰੋ ਅਸੀਂ ਇਤਿਹਾਸ ਨਹੀਂ ਵਾਂਚਦੇ, ਗੁਰਬਾਣੀ ਪੜ੍ਹਨਾ ਤੇ ਮਹਾਨ ਕਰਮ ਹੈ। ਗੁਰਬਾਣੀ ਦੇ ਨਾਲ ਨਾਲ ਇਤਿਹਾਸ ਜਿਹੜਾ ਸਾਡਾ ਪੁਰਖਿਆਂ ਦਾ ਇਤਿਹਾਸ ਹੈ, ਬਿਲਕੁਲ ਸੱਚਾਈ ਵਾਲਾ ਇਤਿਹਾਸ, ਜਿਹੜਾ ਗੁਰਬਾਣੀ ਦੀ ਕਸਵੱਟੀ 'ਤੇ ਪੂਰਾ ਲੈਂਦਾ ਹੋਵੇ, ਮਿਥਿਆਸ ਵਾਲਾ ਨਹੀਂ। ਮਿਥਿਆਸ ਵਾਲੇ ਇਤਿਹਾਸ ਵੀ ਬਹੁਤ ਸੁਣਾਉਂਦੇ ਨੇ ਲੋਕ, ਕਰਾਮਾਤੀ ਇਤਿਹਾਸ ਵੀ ਸੁਣਾਉਂਦੇ ਨੇ ਵੀ ਇਸ ਤਰ੍ਹਾਂ ਕਰਤਾ, ਫਲਾਣੇ ਨੇ ਇਸ ਤਰ੍ਹਾਂ ਕਰ ਦਿੱਤਾ। ਉਹ ਇਤਿਹਾਸ ਨਹੀਂ ਹੈ। ਇਤਿਹਾਸ ਹੈ ਜਿਹੜਾ ਬਾਬੇ ਨਾਨਕ ਦੀ ਗੁਰਬਾਣੀ ਦੀ ਕਸਵੱਟੀ 'ਤੇ ਪੂਰਾ ਲੈਂਦਾ ਹੋਵੇ। ਬਾਬਾ ਨਾਨਕ ਜੋ ਕਹਿੰਦਾ ਹੋਵੇ ਉਹਦੇ ਮੁਤਾਬਕ ਪੁਰਖਿਆਂ ਨੇ ਕਰਮ ਕੀਤੇ ਨੇ। ਜਿਹੜੀ ਆਪਾਂ ਅਰਦਾਸ ਕਰਦੇ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਧਰਮ ਹੇਤ ਆਪਣੇ ਫਰਜ਼ ਨੂੰ ਸਮਝ ਕੇ ਗੁਰਬਾਣੀ ਦੇ ਮੁਤਾਬਕ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਉਹਨਾਂ ਦੀ ਕਮਾਈ ਦਾ ਧਿਆਨ ਧਰਕੇ। ਇੱਥੇ ਗੱਲ ਇੱਕ ਬਹੁਤ ਵੱਡੀ ਹੈ। ਕਈ ਵਾਰ ਨਾ ਗੁਰਮੁਖ ਪਿਆਰੋ ਸਾਡਾ ਧਿਆਨ ਕਿਤੇ ਤਾਂ ਕਰਕੇ, ਇਹ ਅਰਦਾਸ ਦੇ ਵਿੱਚ ਇਸ ਤਰ੍ਹਾਂ ਸਿਸਟਮ ਹੈ ਵੀ ਜਦੋਂ ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਅਰਦਾਸ ਸ਼ੁਰੂ ਹੁੰਦੀ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਜਿਵੇਂ ਬਾਬੇ ਨਾਨਕ ਨੇ ਪ੍ਰਮਾਤਮਾ ਨੂੰ ਧਿਆਇਆ, ਤੇ ਫਿਰ ਨੌਵੇਂ ਪਾਤਸ਼ਾਹ ਤੱਕ ਅਰਦਾਸ, ਨੌਵੇਂ ਪਾਤਸ਼ਾਹ ਤੱਕ ਅਰਦਾਸ, ਸ਼੍ਰੀ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌ ਨਿ ਦਿਆਵੈ, ਤਾਜ ਸਭ ਥੀ ਹੋਏ ਸਹਾਏ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮਾਤਮਾ ਦੇ ਪ੍ਰਥਾਏ ਆਪਣੇ ਧਰਮ ਨੂੰ ਨਿਭਾਇਆ, ਫਰਜ਼ ਨੂੰ ਨਿਭਾਇਆ, ਉਹਨਾਂ ਨੇ ਹਰ ਥਾਂ 'ਤੇ ਪਰਮਾਤਮਾ ਨੂੰ ਮੌਜੂਦ ਦੇਖਿਆ। ਤੇ ਅੱਗੇ ਪੰਥ ਪ੍ਰਮਾਣਿਤ ਹੈ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਪਾਵਨ ਹਾਜ਼ਰਾ ਹਜ਼ੂਰ। ਕਲਯੁਗ ਦੇ ਬਹੁਤ ਸ਼ਬਦੀ ਤਾਰ ਧੁਰ ਕੀ ਬਾਣੀ ਆਈ,
तिन सगली चिंत मिटाई। जुगो जुग अटल धन धन साहिब श्री गुरु ग्रंथ साहिब महाराज जी दे पाठ, पाठ का मतलब गुरबाणी, दीदार, दीदार दा ध्यान तरके, आपां कहने दा ध्यान तरके भी जिवें गुरबाणी दा ध्यान धरो, गुरु साहब का दीदार किया, दर्शन किए ने ध्यान तरके। ध्यान का मतलब साडा ध्यान गुरु नानक तो लैके उनका जिहड़ा इतिहास है सारा साडियां अखां दे सामने आवे भी साडे बाबे नानक ने की कीता है ते असीं की करदे फिरदे। गुरु अंगद देव महाराज ने किस तरह सेवा निभाई, गुरु अमरदास महाराज जी सेवा दे पुंज किवें बने, गुरु रामदास महाराज जी रामदास सरोवर नाते किवें उस परमात्मा दे दास बन गए, सेवक बन गए, सदा भी चुभियां गुरु परमात्मा परमेश्वर के नाम सरोवर चलाते रहे। गुरु अर्जन देव महाराज जी, गुरु हरगोबिंद सिंह महाराज, इस करके अरदास का ध्यान तरके भी उन्हों का इतिहास साढ़े हिरदे च आ जाए, साढ़े भी वो साढ़े गुरु साहबाना ने आ काम किए, गां साढ़े गुरु के सिखां ने पंज प्यारे, चार साहिबजादे, पंज प्यारियां का की इतिहास है साड़ियां अखां दे सामने साढ़े मन दे विच घुमदा होवे। चार साहिबजादियां ने की कारनामे कीते, इन्हां दा ध्यान तरके हठियां जपियां तपियां जिन्हां ने नाम जपिया वंड के छकिया, उन्हां नूं पता लग्या, उन्हां दा ध्यान तरके खालसा जी बोलना श्री वाहिगुरू। हुण इत्थे गुरु साहब जी ने यह समझाउणा कीता है, अंधी रियायत ज्ञान विहोणी भाए भरे मरदार चट्टी भरदे ने, ज्ञानी नचै वाजे वावै रूप करे सिंगार, ऊचे कूकै वादा गावै जोधा का विचार। भी इस तरह का काम करते हैं जिंदे करके कहते भी चार पैसे आ जान, बड़े जोश के नाल ते बड़े होश के नाल। आपां सारियां नूं पता है कईयां दा तां रोटी रोजी का मसला हुंदा है ते कई उसनूं ग्राउंड तौर पर भी फॉलो करते हैं, बहुते नहीं भी गड्डी पड़ लद्दीए वाला काम सिस्टम ही कई तो करते हैं तो कई ग्राउंड पर भी उस तरह का भी जिमें उन्होंने गाया जिस तरह उन्होंने मन में बैठा भी मैं भी इस तरह का काम करना चाहिए, वो ग्राउंड लेवल पर उस तरह का काम करते। नहीं तो बहुते तो गाउण वाले, नचण वाले, टप्पण वाले रोटी का सिस्टम है। सतगुरु सच्चे पातशाह ने सानू समझाउणा कीता ने, रोटी कारने पूरे ताल, भी रोटी का सिस्टम बनाया है तो कोई नच्ची जाता है, कोई गाई जाता है, कोई कुछ करी जाता है, तो कोई प्रसंग सुना सुना के लोगों को निहाल करी जाता है, अपना जीवन सोहना बनाई जाता है। अगे गुरु साहब जी की कहते ने सानू समझाउणा कीता, मूरख पंडित हिकमत हुजत संजय करह प्यार, धर्मी धर्म करੈ गावै मंगै मोख द्वार। पढ़े लिखे मूर्ख निरियां चलाकियां करनियां ते दलीलां देनियां ही जानते हैं। हुण कई बार आपां देखते भी सलाहां देने वाले बहुत हुंदे ने, जिवें अज भी आपां सरकारां बदले इंज कर दईए, उंज कर दईए, आ कर दईए, पर करना नहीं, आप नहीं करना। जिवें अज भी आपां कहंदे आ किते शहीद भगत सिंह जम्मे धरती ते, शहीद भगत सिंह जम्मे धरती ते इहो जिहियां सरकारां दीयां धवज्जियां उड़ा देवे, पर कहंदे अपने घरे ना जम्मे, गवांढियां दे घरे जम्मे। शहीद भगत सिंह जम्मे जरूर, धरती ते आवे जरूर इन्हां नूं चाटे चकाउण वास्ते, पर साडे घरे ना जम्मे, गवांढियां दे घरे। आपां नूं इंज करना चाहिए, इंज ऑन ग्राउंड नहीं करना। तो गुरु साहब जी कहते कई पढ़े लिखे मूर्ख, इत्थे पंडित की गल नहीं की, मूर्ख पंडित पढ़े लिखे की, उस टाइम पढ़िया लिखिया पंडित नूं कहा जाता। हिकमत हुजत संचय करै प्यार, चलाकियां करनियां दलीलां देनियां, आपां इंज कर दईए उंज कर दईए, पर ऑन ग्राउंड कुछ भी नहीं करना। आ कई आपां देखते ना पिंडां दे विच भी हुंदे ने, उन्हां ने चलाकियां वालियां सलाहां देनियां, अपनियां चतर चलाकियां वालियां
इंज कर दईए उंज कर दईए। तो कईयां ने सलाह देनी है भी इस काम नूं पूरा सिरे किवें लाउणा है। तो गुरु साहब जी कहंदे ये शैतान मन हुंदे ने ना भी किसी नूं फसा के ते आप पिछे मुड़ के आ वे फसिया फिरदा आ करदा फिरदा। ते बाकी जिंदे ते परमात्मा की कृपा है, परमात्मा के प्रथाएं कर्म करदा, परमात्मा उहदे ते आप ही अंग संग सहाय हो जाता है। तो गुरु साहब जी कहंदे सिर्फ तो सिर्फ वो की करते, धर्मी धर्म करिहा गाविया मंगै मोख द्वार। वो कहंदे अपने आप नूं ते बहुत धर्मी, पर वो माया इकट्ठी करन दे विच जुटे हुंदे ने। सिस्टम बनाया ना जिवें डेरेदारां दा बनाया है, वो कोई धर्म की गल किन्नी क दुनिया नूं उन्हां ने सिक्ख्या दित्ती वे। आ डेरेदार दा किते भी देख लो भी किन्ने उन्होंने स्कूल कालज खोले ने, किन्ने मैडिकल फ्री खोले ने भी गरीबां वास्ते। कमाई बाबे नानक दी गुरबाणी दी विचारधारा दे मुताबक चूना ला के वरतन दा सिस्टम बनाया। किहड़े बाबे ने भी कोई लोकां वास्ते मैडिकल स्टोर बनाया होवे भी तुसीं फ्री दवाइयां लई चलो, जे तुसीं सानू कणकां दीयां बोरियां झोनियां दीयां बोरियां दिंदे जो। किहड़े बाबे ने दुनिया वास्ते पब्लिक वास्ते बस एक नाम जरूर है, सेवा कर लो, सेवा कर लो, पुण्य बना लो, जीवन सोहना बना लो। वो तुहाडा तां बनी जांदा, दूजिआं दा तां नरक बनी जांदा है। साडे गुरु साहिबाना ने उस टाइम की जिन्नी को ना कोई समर्था सी उन्होंने पब्लिक वास्ते सब कुछ बनाया। सब तो पहला तो जिहड़ा आ वहमां भरमां दा जंजाल सी, बाबे नानक ने पैदल जाके हर एक बंदे नूं समझाउणा कीता कि भाई इस तरह ना करो, आ काम करो। ते अज 3-4 चीज़ां ही आपां नूं लई जांदियां, दवाई पढ़ाई ते आ डेरेदारी। लुट दे साधन जिहड़े ने, डॉक्टरां कोल चले जाओ, वैसे तो असीं कहने सारे नहीं, वैसे तो असीं कहने आ भी डॉक्टर रब का रूप हुंदे ने, पर उत्थे जाके देखो लुटदे किवें ने, रब का रूप हुंदे ने। आ पढ़ाई सारियां ने प्राइवेट संस्थावां खोल लियां ने, सरकारी का सिस्टम चलदा ही नहीं। सरकारी का सिस्टम क्यों नहीं चलता? क्योंकि असीं सारे चोर हाँ, पाप हाँ, डाकू हाँ, असीं जिहड़े बैठे विच, इस करके नहीं चलता। सरकार दीयां चीज़ां क्यों नहीं चलदियां? क्योंकि असीं विच पापी बैठे हैं। वो सिस्टम नहीं चल सकता। जे प्राइवेट स्कूल बड़ा सोहना चल सकता है, अद्धे फेल होए अनपढ़ बंदे रख के वो वधिया सिस्टम चला लेंदे ने, वधिया रिजल्ट लै आउंदे ने। ते सरकार दे पढ़े लिखे ते तनख्वाहां भी 5-5 10-10 गुना ज़्यादियां लैंदे ने, पर बच्चों का हाल बेहाल ही। कोई विरला विरला है जिहड़ा कहंदा भी मेरी ड्यूटी बनदी मैं बच्चों नूं पढ़ा दियां। जे बच्चों नूं पढ़ाउंदे होण, अपने बच्चे क्यों नहीं सरकारी स्कूल लाउंदे? ताइयों नहीं लाउंदे। असी डाकू होण करके, असी पापी होण करके सरकार का सिस्टम नहीं चलन दिंदे। आपां भी जिन्नी सरकार विच इस चीज़ दे विच गुरमुख प्यारो किरदार निभा रही, उन्ना ही असी निभा रहे हैं। असी भी सही काम करना चाहुंदे नहीं। हुण एक बंदे दी पता भी 8 बजे ड्यूटी शुरू होनी है, जे तां प्राइवेट है 7:30 पहुँच जाएगा, जे सरकारी है तो 8 बजे ड्यूटी शुरू होनी तो 10 बजे पहुँचेगा। 10 बजे जे हुण सरकारी थां ते ना तो सरकार दे किसी नुमाइंदे ने पुछना, चलो आपां दूर ना जाइए, अपने पिंड दे विच स्कूल है, अपने पिंड दे विच कोई संस्था है, जिन्हां दी जिम्मेवारी बनती है जाके किन्ना क पुछदे भी किन्ना पढ़ाया, अज की कीता? कोई नहीं पुछदा, कोई नहीं पुछदा। रब आसरे जे पढ़ गए ठीक, नहीं तो नहीं भी। सिस्टम उहो जिहा ही है। किन्ना क जाके पुछदे भी भाई तुसीं गौरमेंट तो 50-50 60-60 हज़ार रुपया तनख्वाह लैंदे जो, किन्ना क पढ़ाउंदे जो? ना भी ना। उन्होंने भी कहा भी ना कोई पुछण वाला। उजड़े बाग दे गालड़ पटवारी दी वाली गल बन जाती है भी इस तरह का सिस्टम बन जाता। फिर गुरु साहब जी कहते अपने आप नूं की कहते, धर्मी धर्म करै गवावै मंगै मोख द्वार। जो मनुख अपने आप नूं धर्मी समझते हैं, वो अपने वालों तां
ਧਰਮ ਦਾ ਕੰਮ ਕਰਦੇ ਹਨ, ਪਰ ਸਾਰੀ ਮਿਹਨਤ ਗਵਾ ਬੈਠਦੇ ਨੇ, ਕਿਉਂਕਿ ਇਸ ਦੇ ਵੱਟੇ ਉਹ ਮੁਕਤੀ ਦਾ ਦਰ ਮੰਗਦੇ ਨੇ। ਪ੍ਰਮਾਤਮਾ ਨੂੰ ਕਹਿੰਦੇ ਨੇ ਕਿ ਪ੍ਰਮਾਤਮਾ ਜੀ ਮੈਨੂੰ ਕੁਛ ਨਾ ਕੁਛ ਦਿਓ, ਪ੍ਰਮਾਤਮਾ ਜੀ ਮੈਨੂੰ ਕੁਛ ਨਾ ਕੁਛ ਦਿਓ। ਉਹ ਸਾਰਾ ਸਿਸਟਮ ਹੀ ਉਹਨਾਂ ਤੋਂ ਡਿਲੀਟ ਹੋ ਜਾਂਦਾ ਹੈ। ਜਿਵੇਂ ਹੁਣ ਆਪਾਂ ਗੁਸਤਾਖੀ ਮਾਫ ਕਰਨਾ, ਥੋੜ੍ਹਾ ਬਹੁਤ ਬੰਦਾ ਬਾਣੀ ਪੜ੍ਹਨ ਲੱਗ ਪੈਂਦਾ, ਥੋੜ੍ਹਾ ਬਹੁਤ ਕੁਛ ਨਾ ਕੁਛ ਕਰਨ ਲੱਗ ਪੈਂਦਾ। ਪ੍ਰਮਾਤਮਾ ਦੇ ਪ੍ਰਥਾएं ਪਾਠ 1 2 3 4 ਤੇ ਰਿਕਵਾਇਰਮੈਂਟਾਂ ਕਿੰਨੀਆਂ ਹੁੰਦੀਆਂ ਨੇ, ਬਾਬਾ ਜੀ ਮੈਨੂੰ ਆਹ ਦੇ ਦਿਓ, ਮੈਨੂੰ ਉਹ ਕਰ ਦਿਓ, ਇਸ ਤਰ੍ਹਾਂ ਕਰ ਦਿਓ। ਤੇ ਹੁਣ ਦੁਨੀਆ ਸਾਰੀ, ਉਹਨੇ ਤਾਂ ਸਾਰੀ ਦੁਨੀਆ ਦਾ ਸਿਸਟਮ ਦੇਖਣਾ, ਇਕੱਲਾ ਇੱਕ ਬੰਦੇ ਦਾ ਥੋੜ੍ਹਾ ਦੇਖਣਾ ਉਹਨੇ। ਇਹ ਨਹੀਂ ਕਿ ਪ੍ਰਮਾਤਮਾ ਦਿੰਦਾ ਨਹੀਂ, ਦਿੰਦਾ ਦੇ ਲੈਂਦੇ ਥਕ ਪਾਏ, ਜੁਗਾ ਜਗੰਤਰ ਖਾਈ ਖਾਏ। ਹੁਣ ਸਾਡਾ ਮੰਗਣ ਦਾ ਸਿਸਟਮ ਤੇ ਬਹੁਤ ਜ਼ਿਆਦਾ, ਭਗਤੀ ਥੋੜ੍ਹੀ ਹੈ, ਮੰਗਣ ਜ਼ਿਆਦਾ। ਸਾਡੀ ਸੇਵ ਥੋੜ੍ਹੀ ਹੈ ਤੇ ਮੰਗਣਾ ਪਰਮਾਤਮਾ ਤੋਂ ਜ਼ਿਆਦਾ ਹੈ ਅਸੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਧਰਮੀ ਧਰਮ ਕਰੈ ਗਵਾਵੈ, ਮੰਗਹਿ ਮੋਖ ਦਵਾਰ। ਵੀ ਜਦੋਂ ਮੁਕਤੀ ਮੰਗ ਲੈਂਦਾ ਕਿ ਪ੍ਰਮਾਤਮਾ ਜੀ ਮੈਨੂੰ ਮੁਕਤ ਕਰ ਦਿਓ, ਹਜੇ ਉਹਨਾਂ ਸਿਸਟਮ ਦੇ ਕੀਤਾ ਨਹੀਂ, ਸੁਰਤ ਤੇ ਪ੍ਰਮਾਤਮਾ ਨਾਲ ਜੁੜੀ ਨਹੀਂ, ਪਰ ਧਰਮੀ ਕਰਮ ਕਰਦਾ ਹੈ, ਪਾਠ ਪੜ੍ਹਦਾ ਹੋਵੇਗਾ, ਕੀਰਤਨ ਕਰਦਾ ਹੋਵੇਗਾ, ਹੋਰ ਵੀ ਕਈ ਤਰ੍ਹਾਂ ਦੇ ਅਡੰਬਰ ਰਚਦਾ ਹੋਵੇਗਾ, ਆਪਣੇ ਆਪ ਨੂੰ ਧਰਮੀ ਬਣਾਉਂਦਾ ਹੋਵੇਗਾ। ਪਰ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਵੱਟੇ ਮੰਗ ਬੜਾ ਕੁਛ ਲੈਂਦਾ, ਤਾਂ ਕਰਕੇ ਉਹਨੂੰ ਮੋਖ ਦਵਾਰ ਨਹੀਂ ਮਿਲਦਾ, ਤਾਈਓ ਮੁਕਤੀ ਦਾ ਦਰਵਾਜ਼ਾ ਉਹਨੂੰ ਨਹੀਂ ਮਿਲਦਾ। ਅੱਗੇ ਗੁਰੂ ਸਾਹਿਬ ਜੀ ਕਹਿੰਦੇ, ਜਤੀ ਸੁਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਭਾਵ ਗੁਰੂ ਸਾਹਿਬ ਜੀ ਕਹਿੰਦੇ ਇਹ ਧਰਮ ਦਾ ਕੰਮ ਤਾਂ ਕਰਦੇ ਨੇ, ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਵੀ ਵਾਸ਼ਨਾ ਦੇ ਬੰਦੇ ਹੋਏ ਨੇ। ਇਹੋ ਜਿਹੇ ਬੰਦੇ ਆਪਣੇ ਆਪ ਨੂੰ ਜਤੀ ਖਵਾਉਂਦੇ ਨੇ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ। ਐਵੇਂ ਵੇਖੋ ਵੇਖੀ ਘਰ ਘਾਟ ਛੱਡ ਬੈਠਦੇ ਨੇ ਵੀ ਮੈਂ ਤਾਂ ਬੜਾ ਗਿਆਨੀ ਬਣ ਗਿਆ, ਮੈਂ ਤਾਂ ਬੜਾ ਗੁਰੂ ਵਾਲਾ ਬਣ ਗਿਆ। ਆ ਜਿਵੇਂ ਆਪਣੇ ਪੰਜਾਬ ਦੀ ਧਰਤੀ ਤੇ ਪਹਿਲਾਂ ਤੇ ਚਲ ਪੰਜਾਬ ਦੇ ਬੰਦੇ ਸੀ ਜਿਨ੍ਹਾਂ ਡੇਰੇਦਾਰੀ, ਹੁਣ ਕੋਈ ਬਿਹਾਰ ਚੋਂ ਆਇਆ, ਕੋਈ ਮਦਰਾਸ ਚੋਂ ਆਇਆ, ਕੋਈ ਕੇਰਲਾ ਚੋਂ ਆਇਆ, ਕੋਈ ਕਿਤੋਂ ਆਇਆ। ਉਹਨਾਂ ਨੇ ਆਪਣੇ ਪੰਜਾਬ ਦੇ ਵਿੱਚ ਡੇਰੇ ਬਣਾ ਕੇ ਬੈਠ ਗਏ ਵੀ ਭਾਈ ਅਸੀਂ ਕਿਉਂ ਰੱਬ ਦੇ ਪਿਆਰੇ ਹਾਂ, ਪਰ ਰੱਬ ਉਹਨਾਂ ਦੇ ਕੋਲ ਨਹੀਂ ਹੈ। ਹਜੇ ਆਮ ਬੰਦੇ ਕੋਲ ਤੇ ਰੱਬ ਹੈ, ਉਹ ਰੱਬ ਦੀਆਂ ਗੱਲਾਂ ਕਰਦੇ ਨੇ, ਪਰ ਰੱਬ ਉਹਨਾਂ ਕੋਲ ਨਹੀਂ ਹੈ। ਉਹਨਾਂ ਨੇ ਘਰ-ਬਾਰ ਛੱਡ ਕੇ ਜੁਗਤੀ ਬਣਾਈ ਹੋਈ ਹੈ। ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਨਾ, ਸਾਡੇ ਤੇ ਕਿਰਪਾ ਕੀਤੀ। ਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਜੇ ਸਮਝ ਆ ਜਾਏ, ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ-ਬਾਰ। ਵੀ ਘਰ-ਬਾਰ ਛੱਡ, ਪਿੰਡ ਦੇ ਵਿੱਚ ਤਾਂ ਕਿਉਂ ਮੇਰੇ ਵਰਗੇ ਨੂੰ ਕੋਈ ਭਾਵੇਂ ਕੋਈ ਚੰਗਾ ਨਾ ਸਮਝਦਾ ਹੋਵੇ, ਭਾਵੇਂ ਕਿਸ ਤਰ੍ਹਾਂ ਦੇ ਕੰਮ ਕੀਤੇ ਹੋਣ, ਉਹ ਕਹਿੰਦਾ ਚੱਲ ਵੀ ਪੰਜਾਬ ਵੱਲ ਨੂੰ ਚਲੀਏ, ਵੀ ਅੰਧੀ ਰਿਆਇਤ ਗਿਆਨ ਵਿਉਣੀ ਹੈ, ਉੱਥੇ ਚਲੋ ਸ਼ਰਧਾ ਦੇ ਨਾਂ ਤੇ ਪੜਾ ਕੋ ਜੋ ਕੁਛ ਮਰਜ਼ੀ ਲੁੱਟ ਲਓ। ਪੰਜਾਬ ਨੂੰ ਸ਼ਰਧਾ ਦੇ ਨਾਂ ਤੇ ਜਿੰਨਾ ਮਰਜ਼ੀ ਲੁੱਟ ਲਓ, ਸਭ ਲੁੱਟੋਈ ਜਾਂਦੇ ਨੇ, ਲੁੱਟੀ ਜਾਂਦੇ ਨੇ ਨਾ। ਵੀ ਸਾਡੇ ਬਾਬਾ ਜੀ ਪਤਾ ਕਿੱਥੋਂ ਆਏ ਨੇ, ਬੜੇ ਦੂਰੋਂ ਆਏ ਬਾਬਾ ਜੀ। ਬਾਬਾ ਜੀ ਕਰਦੇ ਕੀ ਨੇ, ਬਸ ਜੀ ਗਰਾਈ ਇਕੱਠੀ ਕਰਦੇ ਨੇ ਤੇ ਬਸ ਸਿਸਟਮ ਬਹੁਤ, ਡੇਰੇ ਬੜੇ ਬਣਾ ਲਏ ਇਹਨਾਂ ਨੇ। ਸਾਡੇ ਬਾਬਾ ਜੀ ਨੇ ਡੇਰੇ ਬਹੁਤ ਬਣਾ ਲਏ ਬਾਬਾ ਜੀ, ਆਹ ਸਿਸਟਮ ਹੋਈ ਜਾਂਦਾ। ਬਿਲਡਿੰਗਾਂ ਦੇ ਵਿੱਚ, ਹਾਂ ਗੁਰਦੁਆਰਾ ਸਾਹਿਬ ਵਾਸਤੇ ਬਿਲਡਿੰਗ ਸਿਸਟਮ ਵਾਸਤੇ ਚਾਹੀਦੀ ਹੈ, ਨਗਰ ਦੇ ਗੁਰਦੁਆਰਾ ਵਾਸਤੇ ਬਿਲਡਿੰਗ ਚਾਹੀਦੀ, ਬਹੁਤ ਜ਼ਰੂਰੀ, ਕਿਉਂਕਿ ਹਰ ਮਰਨ ਜੰਮਣ ਦਾ ਪ੍ਰੋਗਰਾਮ ਬਣਿਆ ਰਹਿੰਦਾ। ਦੁੱਖ ਸੁੱਖ ਵੇਲੇ ਆਪਾਂ ਬਿਲਡਿੰਗ ਦਾ ਇਸਤੇਮਾਲ ਕਰਦੇ। ਡੇਰੇ ਲੁੱਟਦਾ, ਡੇਰਿਆਂ ਦਾ ਸਿਸਟਮ ਲੁੱਟਦਾ, ਲੁੱਟਣ ਦਾ ਸਿਸਟਮ ਬਹੁਤ ਵੱਡਾ ਬਣਾਇਆ ਹੋਇਆ ਵੀ ਉੱਥੇ ਇੱਕ ਤਾਂ ਲੰਗਰ ਲਾ ਦਿਆਂਗੇ ਤੇ ਲੋਕੀ ਆਉਂਦੇ ਜਾਂਦੇ, ਵਾਹ ਵੀ ਵਾਹ ਬਾਬੇ ਤੇ ਬੜੀ ਕਿਰਪਾ ਹੈ। ਪਤਾ ਹੀ ਨਹੀਂ ਵੀ ਲੁੱਟ ਦਾ ਬੜਾ ਖੇਡ ਵੱਡਾ ਬਣਾਇਆ ਹੋਇਆ ਹੈ, ਬਹੁਤ ਸਿਸਟਮ ਬਣਾਇਆ ਹੋਇਆ ਲੁੱਟ ਦਾ। ਤੇ ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਆਪਾਂ ਦੇਖਦੇ ਹੀ ਹਾਂ, ਬਾਹਰੋਂ ਆਣ ਕੇ ਬੜਿਆਂ ਨੇ ਘਰ-ਬਾਰ ਛੱਡੇ ਹੋਏ ਨੇ। ਪਿਛਲਾ ਉਹਨਾਂ ਦਾ ਇਤਿਹਾਸ ਵੇਖ ਲਓ, ਆ ਜਿੰਨੇ ਵੀ ਡੇਰੇਦਾਰ ਜਿਨ੍ਹਾਂ ਨੇ ਬਾਹਰੋਂ ਆਣ ਕੇ ਡੇਰੇ ਬਣਾਏ ਨੇ, ਉਹਨਾਂ ਦਾ ਪਿਛਲਾ ਕਿਰਦਾਰ ਦੇਖ ਲਓ। ਕੋਈ ਕਿਸੇ ਨੂੰ ਮਾਰ ਕੇ ਆਇਆ ਹੋਏਗਾ, ਕੋਈ ਕਿਸੇ ਦੀ ਇੱਜ਼ਤ ਲੁੱਟ ਕੇ ਆਇਆ ਹੋਏਗਾ, ਪਤਾ ਪਿੰਡ ਡਾਂਗਾ ਪੈਣਗੀਆਂ।
ਤੇ ਬਾਹਰ ਡੇਰੇਦਾਰ ਬਣ ਕੇ ਵੱਡਾ ਬਾਬਾ ਬਣ ਕੇ ਬਹਿ ਗਿਆ। ਵਾਹ ਵੀ ਸਾਡਾ ਫਲਾਨਾ ਬਾਬਾ, ਸਾਡਾ ਫਲਾਨਾ ਬਾਬਾ। ਉਹਦਾ ਨਾਮ ਹੀ ਫਿਰ ਇਸ ਤਰ੍ਹਾਂ ਦਾ ਰੱਖਦੇ ਨੇ, ਪੂਰਾ ਟੌਪ ਦਾ। ਤੇ ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਵੀ ਇਹ ਸਿਸਟਮ ਸਹੀ ਨਹੀਂ ਹੈ, ਇਹ ਸਿਸਟਮ ਸਹੀ ਨਹੀਂ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ। ਕਈ ਜਿਹੇ ਮਨੁੱਖ ਨੇ, ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਨਹੀਂ ਸੁਣਾਇਆ ਵੀ ਉਹ ਬੜੇ ਵੱਡੇ ਮਹਾਨ ਨੇ। ਮਨੁੱਖ ਨੇ ਜੋ ਆਪਣੇ ਆਪ ਨੂੰ ਜਤੀ ਖਵਾਉਂਦੇ ਨੇ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ ਵੀ ਜਤੀ ਕਿਵੇਂ ਬਣੀਦਾ ਹੈ। ਤੇ ਐਵੇਂ ਵੇਖੋ ਵੇਖੀ ਘਰ ਘਾਟ ਛੱਡ ਜਾਂਦੇ ਨੇ ਤੇ ਦੁਨੀਆ ਨੂੰ ਚੰਗੇ ਲੱਗਦੇ ਨੇ। ਅੱਗੇ ਗੁਰੂ ਸਾਹਿਬ ਜੀ ਕੀ ਕਹਿੰਦੇ, ਸਭ ਕੋ ਪੂਰਾ ਆਪੇ ਹੋਵੈ, ਘਟ ਨਾ ਕੋਈ ਆਖੈ। ਸਭ ਕੋ ਪੂਰਾ ਆਪੇ ਹੋਵੈ, ਘਟ ਨਾ ਕੋਈ ਆਖੈ। ਗੁਰੂ ਸਾਹਿਬ ਜੀ ਕਹਿੰਦੇ ਨੇ ਸਾਨੂੰ ਸਮਝਾਉਣਾ ਕੀਤਾ ਵੀ ਹਰ ਕੋਈ, ਹਰੇਕ ਜੀਵ ਪੂਰਾ ਮੁਕੰਮਲ ਅਪਹੁੱਲ, ਘਟ ਊਣਾ। ਊਣਾ ਗੁਰੂ ਸਾਹਿਬ ਜੀ ਕਹਿੰਦੇ ਵੀ ਆਪਣੇ ਆਪ ਨੂੰ ਨਹੀਂ ਵਿਖਾਉਂਦਾ। ਇਸ ਲੱਭ ਪਾਪ ਕੂੜ ਅਤੇ ਕਾਮ ਦਾ ਇਤਨਾ ਜਜ਼ਬਾ ਹੈ, ਜਿੱਧਰ ਤੱਕੋ ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ 'ਤੇ ਸਿਆਣਾ ਸਮਝਦਾ, ਭਾਵੇਂ ਉਹ ਜਿੰਨਾ ਮਰਜ਼ੀ ਇਹਨਾਂ 'ਚ ਗ੍ਰਸਤ ਹੋਵੇ। ਵੀ ਲੋਭ ਕਰਕੇ, ਪਾਪ ਕਰਕੇ, ਕਾਮ ਵਾਸ਼ਨਾ ਕਰਕੇ, ਹੰਕਾਰ ਕਰਕੇ, ਵੀ ਮੇਰੇ ਵਰਗਾ ਸਿਆਣਾ ਜਿੱਧਰ ਨੂੰ ਮਰਜ਼ੀ। ਹੁਣ ਗੁਰਮੁਖ ਪਿਆਰੋ, ਗੁਸਤਾਖੀ ਮਾਫ ਕਰਨਾ, ਕਈ ਵਾਰ ਨਾ ਆਪਣੀ ਬਹੁਤ ਮਹਾਨ ਗਲਤੀ ਹੁੰਦੀ, ਆਪਣੀ ਸਾਰਿਆਂ ਦੀ, ਇਹ ਕੋਈ ਇੱਕ ਦੀ ਗੱਲ ਨਹੀਂ, ਬਹੁਤ ਮਹਾਨ ਗਲਤੀ ਹੁੰਦੀ। ਆਪਾਂ ਉਸ ਗਲਤੀ ਦੇ ਉੱਤੇ ਪਰਦਾ ਪਾਉਣ ਵਾਸਤੇ, ਉਸ ਗਲਤੀ ਨੂੰ ਲੋਕਾਂ ਨੂੰ ਮਹਿਸੂਸ ਨਾ ਹੋਵੇ, ਤੇ ਆਪਾਂ ਪਤਾ ਕੀ ਕਹਿੰਦੇ ਆ, ਆਪਾਂ ਆਪਣੇ ਆਪ ਨੂੰ ਸਿਆਣਾ ਬਣਦੇ। ਇਹ ਮੈਂ ਕਰਨੀ ਤਾਂ ਨਹੀਂ ਸੀ, ਇਹ ਰੱਬ ਨੇ ਮੇਰੇ ਤੋਂ ਕਰਵਾ ਦਿੱਤੀ। ਇਹ ਮੈਂ ਕਰਨੀ ਤੇ ਨਹੀਂ ਸੀ, ਮੇਰੇ ਤੋਂ ਰੱਬ ਨੇ ਕਰਵਾ ਦਿੱਤੀ। ਤੇ ਗੁਰੂ ਸਾਹਿਬ ਜੀ ਕਹਿੰਦੇ ਹਰੇਕ ਜੀਵ ਆਪਣੇ ਆਪ ਨੂੰ ਸਿਆਣਾ ਸਮਝਦਾ, ਪੂਰਨ ਤੌਰ 'ਤੇ ਸਿਆਣਾ ਸਮਝਦਾ। ਕੋਈ ਮਨੁੱਖ ਨਹੀਂ ਆਖਦਾ ਕਿ ਮੇਰੇ ਵਿੱਚ ਕੋਈ ਊਣਤਾ ਹੀ ਹੈ, ਮੈਂ ਤੇ ਬਹੁਤ ਵੱਡਾ ਮਹਾਨ ਹੈ, ਬੜਾ ਵਧੀਆ। ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਉਹਦੇ 'ਚ ਵਾਸ਼ਨਾ ਹੋਵੇ, ਹਰ ਕੋਈ ਬੰਦਾ ਕਹਿੰਦਾ ਮੇਰੇ ਵਰਗਾ ਮਹਾਨ ਬੰਦਾ ਨਹੀਂ। ਸਾਰੇ ਹੀ ਆਪਾਂ ਆਪਣੇ ਆਪ ਨੂੰ ਮਹਾਨ ਸਮਝਣਾ, ਊਣਾ ਨਹੀਂ ਸਮਝਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਉਹ ਪ੍ਰਮਾਤਮਾ ਨੂੰ ਸਮਝ ਨਹੀਂ ਪਾਉਂਦਾ, ਆਪਣੀ ਸਿਆਣਪ ਕਰਕੇ ਹੀ ਆਪਣਾ ਜੀਵਨ ਬਰਬਾਦ ਕਰਕੇ ਦੁਨੀਆ ਤੋਂ ਚਲੇ ਜਾਂਦਾ। ਤੇ ਅਖੀਰਲੀ ਪੰਕਤੀ 'ਚ ਗੁਰੂ ਸਾਹਿਬ ਜੀ ਨੇ ਕੀ ਸਮਝਾਉਣਾ ਕੀਤਾ ਸਾਨੂੰ ਜੇ ਸਮਝ ਪੈ ਜਾਵੇ। ਗੁਰੂ ਸਾਹਿਬ ਜੀ ਕਹਿੰਦੇ ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਪਤ ਦਾ ਮਤਲਬ ਹੁੰਦਾ ਇੱਜ਼ਤ, ਪਰਵਾਣਾ ਦਾ ਮਤਲਬ ਵੱਟਾ। ਪਿੱਛੇ ਤੱਕੜੀ ਦੇ ਪਿੱਛੇ ਦੋ ਹੁੰਦੇ ਨਾ, ਤੱਕੜੀ ਦੇ ਤੋਲ ਵੀ ਇੱਕ ਬੰਨੇ ਤਾਂ ਸਾਡੇ ਕੀਤੇ ਕਾਰਨਾਮੇ ਤੇ ਇੱਕ ਬੰਨੇ ਸਾਡੇ ਕੀਤੇ ਪਾਪ। ਤੇ ਗੁਰੂ ਸਾਹਿਬ ਜੀ ਕਹਿੰਦੇ ਤਾਂ ਨਾਨਕ ਤੋਲਿਆ ਜਾਪੇ, ਪਿੱਛੇ ਛਾਬੇ ਵਿੱਚ ਤੋਲਿਆ ਜਾਵੇ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਪ੍ਰਮਾਤਮਾ ਨੇ ਨਾ, ਤਾਂ ਹੀ ਮਨੁੱਖ ਤੋਲ ਵਿੱਚ, ਭਾਵ ਪਰਖ ਵਿੱਚ ਪੂਰਾ ਉਤਰਦਾ ਹੈ। ਜੇ ਤੱਕੜੀ ਦੇ ਦੂਜੇ ਪੱਲੇ ਵੀ ਰੱਬ ਦੀ ਦਰਗਾਹ ਵਿੱਚ ਮਿਲੀ ਹੋਈ ਇੱਜ਼ਤ ਰੂਪ ਵੱਟਾ ਪਾਇਆ ਜਾਵੇ, ਭਾਵ ਉਹੀ ਮਨੁੱਖ ਉਣਤਾ ਰਹਿਤ ਹੈ ਜਿਸ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਆਦਰ ਮਿਲੇ। ਜਿਹੜਾ ਪ੍ਰਮਾਤਮਾ ਦੀ ਇਸ ਦਰਗਾਹ ਦੇ ਵਿੱਚ, ਆਪਾਂ ਦਰਗਾਹ ਪਤਾ ਕਿੱਧਰ ਨੂੰ ਹੱਥ ਕਰਦੇ ਹਾਂ, ਪ੍ਰਮਾਤਮਾ ਦੀ ਦਰਗਾਹ ਦੇ ਵਿੱਚ। ਤਾਂ ਉਹਨੂੰ ਅਸਮਾਨ ਵੀ ਰੱਬ ਦਾ ਬਣਾਇਆ ਹੋਇਆ ਹੈ, ਆਹ ਧਰਤੀ ਵੀ ਰੱਬ ਦੀ ਬਣਾਈ ਹੋਈ, ਅਸੀਂ ਵੀ ਰੱਬ ਦੇ ਬਣਾਏ ਹੋਏ। ਅਸੀਂ ਪਤਾ ਕੀ ਕਹਿੰਦੇ ਆ, ਤਾਂ ਨੂੰ ਹੱਥ ਕਰਕੇ। ਕਈ ਤਾਂ ਸਾਡੇ ਜਿਹੜੇ ਧਰਮ ਦੇ ਠੇਕੇਦਾਰ ਨੇ, ਉਹ ਵੀ ਜਦੋਂ ਕਿਤੇ ਅਰਦਾਸ ਬੇਨਤੀ ਕਰਨਗੇ ਤਾਂ ਨੂੰ ਵੇਖਣਗੇ, ਉਹ ਪ੍ਰਮਾਤਮਾ ਦੀ ਗੁਰਬਾਣੀ ਤੇਰੇ ਸਾਹਮਣੇ ਹੈ। ਜਾਂ ਤੂੰ ਪ੍ਰਮਾਤਮਾ ਦੇ ਪ੍ਰਥਾ ਜਿੱਥੇ ਖੜਾ, ਕਿਸੇ ਵੀ ਦਿਸ਼ਾ ਨੂੰ, ਕਿਸੇ ਵੀ ਦਿਸ਼ਾ ਨੇ, ਆ ਸਾਡਾ ਹੁਣ ਦਿਵਾਲਾ ਕੱਢਿਆ ਪਿਆ ਨਾ, ਇੱਕ ਅੰਮ੍ਰਿਤਧਾਰੀ ਦੇ ਘਰੇ ਅਸੀਂ ਗਏ, ਉਹਨਾਂ ਨੇ ਪਹਿਲਾਂ ਦਰਵਾਜ਼ਾ ਗੁਰਮੁਖ ਪਿਆਰਿਓ ਘਰ ਦੇ ਆਪਣੇ ਖੱਬੇ ਬੰਨੇ ਰੱਖਿਆ ਸੀ। ਅਸੀਂ ਇੱਕ ਵਾਰੀ ਗਏ ਉਹਨਾਂ ਦੇ ਘਰੇ, ਤੇ ਅਸੀਂ ਕਿਹਾ ਵੀ ਉਹ ਦੋਵੇਂ ਪਿਓ ਪੁੱਤ ਸੀ, ਦੋਵੇਂ ਪਿਓ ਪੁੱਤ ਸੀਗੇ, ਪਿਓ ਵੀ ਅੰਮ੍ਰਿਤਧਾਰੀ ਤੇ ਗਾਂ ਪੁੱਤ ਵੀ ਅੰਮ੍ਰਿਤਧਾਰੀ। ਉਹ ਕੀ ਹੋਇਆ ਵੀ ਅਸੀਂ ਕਿਹਾ ਵੀ ਇਹ ਦਰਵਾਜ਼ਾ ਕੀ ਗੱਲ, ਵੀ ਆਹ ਇੱਕ ਦਰਵਾਜ਼ਾ, ਉਹ ਬੰਦ ਵੀ ਨਾ ਕੀਤਾ।
दरवाजा वास्तु शास्त्र वाले बंद करा देंगे ने ना भी अमृत छकिया होया तो मत असी होर दी लैनी। असी पुछया भी आ की कीता भी तुसी ਉਹ कोई भी नमूने जे हो गए वो कहते भी जे इन्हों दस दिता तो इन्होंने कहना भी तुसी तो गुरु के प्यारे आ किधर नूं वड़ गए। खीर उन्होंने माता ने दस दिता। माता कहती की कहिए बड़ा काम खराब होया। असी तो हजे दरवाजे बदली किते तो रसोई भी बदली करनी है। हजे तो दरवाजे बदली करने अजे तो रसोई भी बदली करनी। दरवाजे बदली हो गए साडे, जिहड़ा खब्बे बन्ने सी वो सज्जे बन्ने लै आंदा दरवाजा। देखो सारा दरवाजा उन्होंने दोबारा बनाया, वो भी बनया है। वो भी कहते असीं बंद रखिया करना है। सानू वास्तु शास्त्र वाले ने कहा भी सज्जे बन्ने वाला खोलिया करना है। भी डायरैक्शन वो दसदे ना तो की होएगा, दोवें प्यो पुत नशा करते हैं। वास्तु शास्त्र वाले ने यह दसिया भी नशा जिन्ना मर्जी करी जाए। जो सानू वो भी घरों ही पता लग्या, माता तो पता लग्या, माता तो पता लग्या। असीं कहा वास्तु शास्त्र वालों का सिस्टम तुहाडे ते चल गया है बिल्कुल सही, भी दबी चलो किली। जदों असीं परमात्मा की बाणी तां कहंदी जिधर नूं तो वेखेगा उधर ही परमात्मा है। अरदास बेनती बंदे ने खड़े हुण कई सूरज वाल नूं खड़े होके करते हैं, कोई पश्चिम वाल नूं खड़े होके करते हैं, कोई कहंदा बाबा इधर साडा। परमात्मा की तो गुरबाणी कहती भी जिधर नूं तो जिधर भी देखदा मैं परमात्मा उत्थे ही है। हुण साडा अमृत भी छके ने वास्तु शास्त्र वाले ने, कईयां ने तो घर ही बदली कर लए ने, जिन्होंने कईयां ने तो घर दरवाजा इधर नूं कर ला, उधर नूं कर ला, इधर नूं कर ला। हो वाह भी वाह। रब ना तो लहिंदे वाले बन्ने ते ना चढ़दे वाले बन्ने ते ना वो परमात्मा दक्षिण उत्तर वल है। परमात्मा किधर है? वो परमात्मा सारे बन्ने ही। पहली गल तो तेनों अंदर ही नहीं पता लग्या भी तेरे अंदर परमात्मा है। ते गुरु साहब जी कहते ने इस दरगाह दे विच ओह कबूल होने ने जेड़े जिन्हां दे वट्टे सच दे। तकड़ी दे विच जे पापां वाला पलड़ा भारी हो गया तो बस फिर इस दरगाह दे विच उस तरह दे बनने ने। असी मत गुरबाणी तां कहंदी गुर की मत ले आने, भगत बिना बहुत डुबे सियाणे। असी कहने नहीं बाबियां दी मत लैनी। आ अज्ञानता दे अंधेरे विच जिहड़े सानू छालां मरा रहे ने उन्हां दी मत लैनी ते रब दी कसवट्टी ते कित्थे बैठ जांगे, पूरे हो जाएंगे। ते गुरु साहब जी ने यह अज सानू समझाउणा कीता है बड़े सोहणे तरीके दे नाल भी भाई ये वासना मीटिंग करदियां ने अंदर साडे, जिन्हां दे कारण करके साडा जीवन बर्बाद हो रहा है। साडे जीवन दे विच निखार नहीं आउंदी, खदाड़ हो रहा है। जे असीं गुरबाणी नूं मन के अपना जीवन सोहना बना लईए साडा जीवन सोहना बन सकदा है। ये भी करनी ते किरपा परमात्मा ने है, बाणी पढ़ के सुन के मन के ते जीवन सोहना बन जावे। नहीं तो वरना जीवन जिउंदा त्यों ही खड़ा है। साडा जीवन जिउंदा त्यों असीं सारे प्रोसैस कर लैंदे ने, बाबे अगे मत्था भी टेक लैंदे, गुरु ग्रंथ साहिब महाराज अगे असीं बाणी भी पढ़ लैंदे आ, पर मन उत्थे दा उत्थे ही टिके है। मन हजे पापां च टिके है, मन हजे लोभ च टिके है, मन हजे लालच च टिके है। ते जदों चार ये मन दे अंदरों नहीं निकलियां उन्ना चिर असीं कबूल नहीं होवांगे। दुनिया च भावें असीं अपने आप नूं करदारां च, अपने आप नूं सियाणपां च, अपने आप नूं पावरफुल समझदे होईए, पर जिन्ना चिर बंदिया रब दा नाम ना जपिया, रब दी बाणी ना पढ़ी, रब दा सिस्टम ना समझिया, उन्ना चिर तेरे ते कुछ भी नहीं होना। ये सानू गुरबाणी ने समझाउणा कर दिता है। परमात्मा अगे अरदास बेनती करया करिए कि सच्चे पातशाह तेरी गुरबाणी साडे हिरदे च वस जावे, साडा जीवन गुरबाणी नाल जुड़ जावे, साडा जीवन सोहना बन जावे। सतगुरु सच्चे पातशाह साडे सारियां ते कृपा करन, सानू सारियां नूं ये परमात्मा दीयां वडियाईयां बख्शण। परमात्मा साडे ते कृपा करे। सतगुरु सच्चे पातशाह दी मेहर कृपा सदका गुरमुख प्यारो
ਗੁਰਬਾਣੀ ਦੀਆਂ ਵਿਚਾਰਾਂ ਹੋਈਆਂ। ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ त्रुटियां ਰਹਿ ਜਾਇਆ ਕਰਦੀਆਂ, ਕਿਉਂਕਿ ਗੁਰੂ ਗਿਆਨ ਦੇ ਬੱਚੇ ਆ। ਸਤਿਗੁਰ ਸੱਚੇ ਪਾਤਸ਼ਾਹ ਤੇ ਗੁਰੂ ਦੀ ਸੰਗਤ ਮਾਫਯੋਗ ਹੈ, ਮਾਫ ਕਰ ਦੇਣਾ। ਅਗਾਂ ਤੋਂ ਬਾਣੀ ਪੜਨ ਸੁਣ ਸੇਵਾ ਸਿਮਰਤ ਤੇ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੀ ਸਤਿਗੁਰ ਸੱਚੇ ਪਾਤਸ਼ਾਹ ਆਪ ਹੀ ਸਮੱਤ ਬਖਸ਼ਣ। ਸਰਬਤ ਦਾ ਭਲਾ ਕਰਨ, ਸਭ ਨੂੰ ਨਾਮ ਤਨ ਦੇਣ, ਸਭ ਨੂੰ ਵਡਿਆਈਆਂ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬਤ ਦਾ ਭਲਾ। ਵਾਹਿਗੁਰੂ ਜੀ।